मुर्शिद सोना 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 मेरा। ਉਹ ਕਹਿੰਦੇ ਵਿਸ਼ਵਾਸ ਦੀ ਰੱਖਿਆ ਆਪਣੇ ਪ੍ਰਾਣਾਂ ਨਾਲੋਂ ਵੀ ਜ਼ਿਆਦਾ ਕਰੋ। ਜ਼ਰਾ ਸਮਝਣਾ ਇਸ ਚੀਜ਼ ਨੂੰ ਕਿ ਵਿਸ਼ਵਾਸ ਦੀ ਰੱਖਿਆ ਆਪਣੇ ਪ੍ਰਾਣਾਂ ਨਾਲੋਂ ਵੀ ਜ਼ਿਆਦਾ ਕਰੋ, ਕਿਉਂਕਿ ਵਿਸ਼ਵਾਸ ਹੀ ਜੀਵਨ ਦੇ ਆਨੰਦ ਦਾ ਸਰੋਤ ਹੈ। ਇਹ ਨੋਟ ਕਰ ਲਿਓ ਤੁਸੀਂ ਵੀ, ਕਿਉਂਕਿ ਕੁਝ ਐਦਾਂ ਦੇ ਵਚਨ ਹੁੰਦੇ ਹੈ ਕਿ ਜਿਨ੍ਹਾਂ ਨੂੰ ਅਸੀਂ ਲਿਖ ਕੇ ਨੋਟ ਕਰਕੇ ਨਾ, ਚਾਹੇ ਦਿਲੋਂ ਦਿਮਾਗ ਤੇ ਹੀ ਲਿਖ ਲਈਏ, ਯਾਦ ਰੱਖੀਏ ਕਿ ਆਹ ਚੀਜ਼ ਮੇਰੇ ਜੀਵਨ 'ਚ ਆਨੰਦ, ਖੁਸ਼ੀ, ਸ਼ਾਂਤੀ ਦਾ ਸਰੋਤ ਹੈ। ਸਰੋਤ ਦਾ ਮਤਲਬ ਸਮਝਦੇ ਹੋ ਕਿ ਨਹੀਂ? ਜਿੱਥੋਂ ਚੀਜ਼ ਸੋਮਾ, ਜਿੱਦਾਂ ਬੰਦਾ ਕਹਿੰਦਾ ਨਾ ਪਾਣੀ ਦਾ ਸੋਮਾ ਆ, ਇਹ ਇੱਥੋਂ ਪਾਣੀ ਨਿਕਲਦਾ ਹੈ। ਜਿੱਦਾਂ ਸਾਰੀ ਦੁਨੀਆ ਕਹਿੰਦੀ ਗੰਗਾ, ਇਹ ਗੰਗਾ ਨਦੀ ਵਗ ਰਹੀ ਹੈ, ਪਰ ਗੰਗਾ ਨਿਕਲਦੀ ਕਿੱਥੋਂ ਹੈ? ਗੰਗਾ ਨਿਕਲਦੀ ਹੈ ਗੰਗੋਤਰੀ ਚੋਂ। ਕਹਿੰਦੇ ਉਹ ਗੰਗੋਤਰੀ ਚੋਂ ਇੱਕ ਛੋਟੀ ਜਿਹੀ ਧਾਰ ਨਿਕਲਦੀ ਹੈ, ਪਰ ਉਹੀ ਧਾਰਾ ਜਦੋਂ ਅੱਗੇ ਵਗਦੀ ਹੈ ਤਾਂ ਪਰਬਤਾਂ ਪਹਾੜਾਂ ਦਾ ਹੋਰ ਪਾਣੀ ਮਿਲਦਾ, ਤਾਂ ਉਹੀ ਇੱਕ ਛੋਟੀ ਜਿਹੀ ਧਾਰਾ ਬੜੀ ਨਦੀ ਦਾ ਆਕਾਰ ਲੈ ਲੈਂਦੀ ਹੈ, ਜਿਹਨੂੰ ਗੰਗਾ ਕਿਹਾ ਜਾਂਦਾ ਹੈ। ਹੁਣ ਇਸੇ ਤਰ੍ਹਾਂ ਇਨਸਾਨ ਦੇ ਜੀਵਨ 'ਚ ਵੀ ਬਹੁਤ ਕੁਝ ਇਨਸਾਨ ਨੂੰ ਚਾਹੀਦਾ ਹੈ। ਕੀ ਚਾਹੀਦਾ ਹੈ? ਕਹਿ ਦਿਓ ਤੁਸੀਂ ਵੀ, ਬਹੁਤ ਕੁਝ ਚਾਹੀਦਾ ਕਿ ਨਹੀਂ? ਬਹੁਤ ਕੁਝ ਦਾ ਮਤਲਬ ਖੁਸ਼ੀ ਵੀ ਚਾਹੀਦੀ ਹੈ, ਤੰਦਰੁਸਤੀ ਵੀ ਚਾਹੀਦੀ ਹੈ, ਕਾਮਯਾਬੀ ਵੀ ਚਾਹੀਦੀ ਹੈ, ਘਰ 'ਚ ਸੁੱਖ ਸ਼ਾਂਤੀ ਵੀ ਚਾਹੀਦੀ, ਬਹੁਤ ਕੁਝ ਚਾਹੀਦਾ ਇਨਸਾਨ ਨੂੰ। ਜਿੱਦਾਂ ਸਮਝ ਲਓ ਭੋਜਨ ਵੀ ਚਾਹੀਦਾ ਹੈ, ਕੱਪੜਾ ਵੀ ਚਾਹੀਦਾ, ਮਕਾਨ ਵੀ ਚਾਹੀਦਾ, ਬਹੁਤ ਕੁਝ ਚਾਹੀਦਾ ਹੈ। ਤਾਂ ਹੀ ਅਸੀਂ ਬਹੁਤ ਕੁਝ ਕਹਿ ਦਿੱਤਾ, ਕੱਲੀ ਚੀਜ਼ ਨਹੀਂ ਗਿਣੀ ਕਿ ਇਨਸਾਨ ਨੂੰ ਵੀ ਜੀਵਨ 'ਚ ਬਹੁਤ ਕੁਝ ਚਾਹੀਦਾ ਹੈ। ਹੁਣ ਬਹੁਤ ਕੁਝ ਦਾ ਮਤਲਬ ਹੈ ਉਹ ਬੜੀ ਨਦੀ, ਉਹ ਗੰਗਾ ਨਦੀ। ਕਦੀ ਦੇਖਦੇ ਨਾ ਹਰਿਦੁਆਰ ਵਗਦੀ ਹੋਈ ਕਿ ਕਿੰਨੀ ਤੇਜ਼ੀ ਨਾਲ ਵਗਦੀ ਹੈ, ਔਰ ਸਮਝ ਲਓ ਇਹ ਬਹੁਤ ਕੁਝ ਹੈ। ਪਰ ਹੁਣ ਇਹ ਗੰਗਾ ਜੋ ਅੱਜ ਬੜੀ ਨਦੀ, ਬਹੁਤ ਕੁਝ ਹੈ, ਇਹ ਨਿਕਲਦੀ ਕਿੱਥੋਂ ਹੈ? ਇਹਦਾ ਸਰੋਤ ਤਾਂ ਉਹੀ ਗੰਗੋਤਰੀ ਹੈ। ਜੇ ਗੰਗੋਤਰੀ ਬੰਦ ਹੋ ਜਾਵੇ, ਗੰਗੋਤਰੀ ਸੁੱਕ ਜਾਵੇ, ਸਰੋਤ ਸੁੱਕ ਜਾਵੇ, ਤਾਂ ਬਹੁਤ ਕੁਝ ਵੀ ਖਤਮ ਹੈ। ਫਿਰ ਉਹ ਹਰਿਦੁਆਰ ਵੀ ਗੰਗਾ ਵਗਣੀ ਬੰਦ ਹੋ ਜਾਏਗੀ। ਫਿਰ ਉਹ ਗੰਗਾ ਜਿੱਥੇ ਜਿੱਥੇ ਜਾਂਦੀ ਹੈ ਨਾ, ਕਿਉਂਕਿ ਹਰਿਦੁਆਰ ਦਾ ਇੱਕ ਨਾਮ ਲਿਆ, ਪਤਾ ਨਹੀਂ ਉਹ ਕਿੰਨੇ ਕੁ ਸ਼ਹਿਰਾਂ 'ਚ, ਕਿੰਨੇ ਕੁ ਨਗਰਾਂ 'ਚ ਉਹ ਗੰਗਾ ਹੋ ਕੇ ਗੁਜ਼ਰਦੀ ਹੈ, ਕਿੱਥੋਂ ਸ਼ੁਰੂ ਹੁੰਦੀ ਹੈ ਤੇ ਕਿੱਥੇ ਕਿੱਥੇ ਗੁਜ਼ਰਦੀ ਹੈ, ਕਿੰਨੇ ਘਾਟ ਹੈ। ਪਰ ਇੱਕ ਗੰਗੋਤਰੀ ਦੇ ਸੁੱਕਦਿਆਂ ਹੀ ਉਹ ਸਾਰੇ ਘਾਟ ਬੰਦ ਹੋ ਜਾਣਗੇ। ਸਮਝਦੇ ਹੋ ਕਿ ਨਹੀਂ? ਇਸ ਲਈ ਕਹਿਣ ਦਾ ਮਤਲਬ ਸਰੋਤ ਸਲਾਮਤ ਹੈ ਤਾਂ ਸਭ ਕੁਝ ਉਸੇ ਤਰ੍ਹਾਂ ਚੱਲਦਾ ਚਲਾ ਜਾਏਗਾ। ਇਸੇ ਤਰ੍ਹਾਂ ਸਾਡੇ ਜੀਵਨ 'ਚ ਜੇ ਸਾਨੂੰ ਸਭ ਕੁਝ ਚਾਹੀਦਾ ਹੈ ਤਾਂ ਉਹਦਾ ਸਰੋਤ ਕੀ ਹੈ? ਉਹਦਾ ਸਰੋਤ ਕੀ ਹੈ? ਸਰੋਤ ਦਾ ਮਤਲਬ ਜਿੱਥੋਂ ਪੈਦਾ ਹੋ ਰਿਹਾ ਹੈ। ਇਹੀ ਚੀਜ਼ ਇੱਥੇ ਫਕੀਰਾਂ ਨੇ ਦੱਸੀ ਹੈ ਕਿ ਵਿਸ਼ਵਾਸ ਦੀ ਰੱਖਿਆ ਪ੍ਰਾਣਾਂ ਨਾਲੋਂ ਵੀ ਜ਼ਿਆਦਾ ਕਰੋ। ਵਿਸ਼ਵਾਸ ਦੀ ਰੱਖਿਆ ਪ੍ਰਾਣਾਂ ਨਾਲੋਂ ਵੀ ਜ਼ਿਆਦਾ ਕਰੋ, ਕਿਉਂਕਿ ਵਿਸ਼ਵਾਸ ਹੀ ਆਨੰਦ ਦਾ, ਕਹਿ ਦਿਓ ਹੁਣ, ਸਰੋਤ ਹੈ। ਔਰ ਜਰਾ ਸੋਚੋ, ਹੁਣ ਬੰਦਾ ਕਵੇ ਕਮਾਲ ਦੀ ਗੱਲ ਹੈ, ਪ੍ਰਾਣਾਂ ਨਾਲੋਂ ਜ਼ਿਆਦਾ ਵਿਸ਼ਵਾਸ ਦੀ ਰੱਖਿਆ ਕਰਾਂ, ਪ੍ਰਾਣਾਂ ਨਾਲੋਂ ਜ਼ਿਆਦਾ ਵਿਸ਼ਵਾਸ ਦੀ ਰੱਖਿਆ ਕਰਾਂ। ਜੇ ਪ੍ਰਾਣ ਹੀ ਚਲੇ ਗਏ ਤਾਂ ਫਿਰ ਕੀ ਕਰਨਾ ਵਿਸ਼ਵਾਸ ਨੂੰ? ਪਰ ਅਸੀਂ ਇੱਕ ਗੱਲ ਕਵਾਂਗੇ, ਇਹਦਾ ਕਾਰਨ ਜਰਾ ਸਮਝੋ, ਕਿਉਂਕਿ ਉਹਨਾਂ ਨੇ ਕਿਹਾ ਵਿਸ਼ਵਾਸ ਆਨੰਦ ਦਾ ਸਰੋਤ ਹੈ। ਤਾਂ ਜੇ ਅਸੀਂ ਪ੍ਰਾਣ ਬਚਾ ਵੀ ਲਏ ਪਰ ਸਾਡੇ ਜੀਵਨ 'ਚ ਆਨੰਦ ਹੀ ਨਾ ਹੋਇਆ ਤਾਂ ਜ਼ਿੰਦਗੀ ਕਿਸ ਕੰਮ ਦੀ ਹੈ? ਸੋਚ ਕੇ ਦੇਖੋ, ਜਿਸ ਜੀਵਨ 'ਚ ਦੁੱਖ ਹੀ ਦੁੱਖ ਹੈ, ਪਰੇਸ਼ਾਨੀਆਂ ਹੀ ਪਰੇਸ਼ਾਨੀਆਂ, ਸ਼ਾਂਤੀ ਨਹੀਂ ਹੈ, ਉਹ ਜ਼ਿੰਦਗੀ ਹੈ, ਉਹਨੂੰ ਜ਼ਿੰਦਗੀ ਕਵਾਂਗੇ ਅਸੀਂ? ਹੁਣ ਬੰਦਾ ਕਈ ਵਾਰ ਕੀ ਹੁੰਦਾ ਹੈ, ਗੌਰ ਕਰਕੇ ਦੇਖਣਾ ਕਿ ਬੰਦਾ ਕਈ ਵਾਰ ਕੀ ਹੁੰਦਾ ਹੈ ਕਿ ਸਭ ਕੁਝ ਹੁੰਦਾ ਹੈ ਬੰਦੇ ਕੋਲ, ਪਰ ਫਿਰ ਵੀ ਬੰਦਾ ਜਾਨ ਕਿਉਂ ਦੇ ਦਿੰਦਾ ਹੈ? ਫਿਰ ਵੀ ਬੰਦਾ ਮਰ ਕਿਉਂ ਜਾਂਦਾ ਹੈ? ਖੁਦਕੁਸ਼ੀ ਕਿਉਂ ਕਰ ਲੈਂਦਾ ਹੈ? ਕਿਉਂਕਿ ਅੰਦਰ ਆਨੰਦ ਨਹੀਂ ਹੈ, ਅੰਦਰ ਖੁਸ਼ੀ ਨਹੀਂ ਹੈ, ਅੰਦਰ ਸ਼ਾਂਤੀ ਨਹੀਂ ਹੈ, ਅੰਦਰ ਦੁੱਖ ਇੰਨਾ ਹੈ, ਪੀੜਾ ਇੰਨੀ ਹੈ ਕਿ ਬਰਦਾਸ਼ਤ ਨਹੀਂ ਹੁੰਦੀ, ਤਾਂ ਬੰਦਾ ਕਹਿੰਦਾ ਜਾਨ ਹੀ ਦੇ ਦਿਓ ਆਪਣੀ। ਇਹਦਾ ਮਤਲਬ ਕੀ ਹੈ? ਪ੍ਰਾਣ ਦੇ ਦਿੱਤੇ ਬੰਦੇ ਨੇ ਆਪਣੇ, ਕਿਉਂਕਿ ਜੀਵਨ 'ਚ ਸ਼ਾਂਤੀ ਨਹੀਂ ਹੈ, ਸਕੂਨ ਨਹੀਂ ਹੈ, ਖੁਸ਼ੀ ਨਹੀਂ ਹੈ, ਆਨੰਦ ਨਹੀਂ ਹੈ। ਫਿਰ ਇੱਥੋਂ ਪਤਾ ਲੱਗਦਾ ਹੈ ਕਿ ਪ੍ਰਾਣਾਂ ਨਾਲੋਂ ਵੀ ਕੀਮਤੀ ਚੀਜ਼ ਆਨੰਦ ਹੈ। ਜੇ ਜੀਵਨ 'ਚ ਆਨੰਦ ਹੈ, ਸ਼ਾਂਤੀ ਹੈ, ਸਕੂਨ ਹੈ, ਖੁਸ਼ੀ ਹੈ, ਤਾਂ ਜੀਣ ਦਾ ਵੀ ਮਜ਼ਾ ਫੇਰ ਆਉਂਦਾ ਹੈ। ਇਹ ਤਾਂ ਬੰਦਾ ਕਹਿੰਦਾ ਨਾ ਭੋਜਨ ਤਾਂ ਹੈ, ਪਰ ਭੋਜਨ ਦੇ ਵਿੱਚ ਲੂਣ ਜ਼ਿਆਦਾ ਹੈ ਜਾਂ ਮਿਰਚ ਜ਼ਿਆਦਾ ਹੈ ਜਾਂ ਬਿਲਕੁਲ ਮਿਰਚ ਹੈ ਹੀ ਨਹੀਂ, ਲੂਣ ਹੈ ਹੀ ਨਹੀਂ, ਤਾਂ ਭੋਜਨ ਖਾਣ ਦਾ ਸਵਾਦ ਆਏਗਾ? ਬੰਦੇ ਨਾਲ ਕੀ ਖਾਣ ਦਾ ਫਾਇਦਾ ਭਾਈ? ਇਦਾਂ ਦੇ ਨਾਲ ਤਾਂ ਹੁਣ ਕੋਈ ਤੁਹਾਡੇ ਸਾਹਮਣੇ ਮਿਰਚ ਪਾ ਕੇ ਰੱਖ ਦੇਵੇ, ਤੁਸੀਂ ਪਤਾ ਕੀ ਕਹਿਣਾ? ਉਹ ਇਦਾਂ ਦੀ ਦਾਲ ਸਬਜ਼ੀ ਦੇਣ ਨਾਲੋਂ ਤਾਂ ਨਾ ਹੀ ਦਿੰਦਾ ਚੰਗੀ ਗੱਲ ਸੀ, ਜੇ ਇੰਨੀ ਤੇਜ਼ ਹੀ ਦੇਣੀ ਸੀ। ਕਿਉਂਕਿ ਸਵਾਦ ਵੀ ਉਦੋਂ ਆਉਂਦਾ ਜਦੋਂ ਹਰ ਚੀਜ਼ ਬੈਲੈਂਸ 'ਚ ਹੋਵੇ, ਸਹੀ ਹੋਵੇ। ਫਿਰ ਬੰਦਾ ਕਹਿੰਦਾ ਰੋਟੀ ਖਾ ਕੇ ਮਜ਼ਾ ਆ ਗਿਆ, ਚਾਹ ਪੀ ਕੇ ਮਜ਼ਾ ਆ ਗਿਆ, ਕਿਉਂਕਿ ਬੜੀ ਸਵਾਦਿਸ਼ਟ ਸੀ। यानी जिंदगी का मजा उदों आता जो जीवन च सब कुछ सही होवे, आनंद होवे, शांति होवे। तो जे हुण प्राण तो है, प्राण यानी जिंदगी तो है, पर जिंदगी च आनंद नहीं है।
ਜ਼ਿੰਦਗੀ 'ਚ ਖੁਸ਼ੀ ਨਹੀਂ ਹੈ, ਜ਼ਿੰਦਗੀ 'ਚ ਸ਼ਾਂਤੀ ਨਹੀਂ ਹੈ, ਤਾਂ ਫਿਰ ਉਹ ਜ਼ਿੰਦਗੀ ਨੂੰ ਜ਼ਿੰਦਗੀ ਕਹਾਂਗੇ ਅਸੀਂ? ਹੁਣ ਫਰਕ ਗੌਰ ਕਰਕੇ ਦੇਖਣਾ, ਇੱਕ ਬੰਦਾ ਆਈਸੀਯੂ 'ਚ ਲਿਟਿਆ ਹੈ, ਸਾਹ ਚੱਲ ਰਹੇ ਹੈ, ਜ਼ਿੰਦਗੀ ਤਾਂ ਉਹਦੀ ਵੀ ਹੈ, ਪਰ ਉਹਦੀ ਜ਼ਿੰਦਗੀ ਨੂੰ ਅਸੀਂ ਸੰਪੂਰਨ ਜ਼ਿੰਦਗੀ ਨਹੀਂ ਕਹਾਂਗੇ। ਅਸੀਂ ਕਹਿੰਦੇ ਜ਼ਿੰਦਗੀ ਵਿਚਾਰਾ ਕੱਟ ਰਿਹਾ ਕਿਉਂਕਿ ਆਕਸੀਜਨ ਲੱਗੀ ਹੋਈ ਹੈ, ਸਾਹ ਲੈ ਰਿਹਾ ਹੈ, ਸਾਹ, ਕਿਉਂਕਿ ਜ਼ਿੰਦਗੀ ਦਾ ਮਤਲਬ ਕੀ ਪ੍ਰਾਣ, ਕਿ ਸਾਹ ਆ ਰਹੇ ਹੈ, ਸਾਹ ਜਾ ਰਹੇ, ਇਹੀ ਤਾਂ ਜ਼ਿੰਦਗੀ ਹੈ। ਪਰ ਜੇ ਇਹ ਜੀਵਨ 'ਚ ਬੰਦਾ ਖੁਸ਼ ਨਾ ਹੋਵੇ, ਮੁਸਕਰਾਵੇ ਨਾ, ਹੱਸੇ ਨਾ, ਆਨੰਦ ਨਾ ਲਵੇ, ਤਾਂ ਫਿਰ ਇਹ ਜ਼ਿੰਦਗੀ ਕਿਸ ਕੰਮ ਦੀ? ਸੋ ਇਸ ਲਈ ਇੱਥੇ ਇਹ ਚੀਜ਼ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਕਿ ਅਸੀਂ ਪ੍ਰਾਣਾਂ ਨੂੰ ਤਾਂ ਬਚਾਉਣ ਦੀ ਕੋਸ਼ਿਸ਼ ਕਰਦੇ ਹਾਂ, ਪਰ ਆਪਣੇ ਵਿਸ਼ਵਾਸ ਨੂੰ ਬਚਾਉਣ ਦੀ ਅਸੀਂ ਕੋਸ਼ਿਸ਼ ਨਹੀਂ ਕਰਦੇ। ਕਦੀ ਗੌਰ ਕਰਕੇ ਦੇਖਣਾ ਕਿ ਅਗਰ ਫਰਜ਼ ਕਰੋ ਤੁਸੀਂ ਬੈਠੇ ਹੋ, ਤੁਸੀਂ ਕਹਿੰਦੇ ਮੈਨੂੰ ਆਪਣੇ ਮਾਲਿਕ ਤੇ ਪੂਰਾ ਵਿਸ਼ਵਾਸ ਹੈ, ਕਹਿ ਦਿੰਦੇ ਹੋ ਕਿ ਨਹੀਂ? ਮੈਨੂੰ ਆਪਣੇ ਮਾਲਿਕ ਤੇ ਪੂਰਾ ਵਿਸ਼ਵਾਸ ਹੈ, ਪਰ ਤੁਹਾਡੇ 4 ਰਿਸ਼ਤੇਦਾਰ ਜਾਂ 4 ਸੱਜਣ ਮਿੱਤਰ ਇਦਾਂ ਦੇ ਜਿਹੜੇ ਮਾਲਿਕ ਨੂੰ ਨਹੀਂ ਮੰਨਦੇ, ਜਿਹੜੇ ਰੱਬ ਨੂੰ ਨਹੀਂ ਮੰਨਦੇ, ਉਹ ਤੁਹਾਨੂੰ ਕਹਿ ਦਿੰਦੇ ਆ, ਉਹ ਲੈ ਕੀ ਮਾਲਕ, ਕੀ ਰੱਬ, ਕੀ ਪਰਮਾਤਮਾ, ਐਵੇਂ ਨਹੀਂ ਫਕੀਰਾਂ ਪਿੱਛੇ ਲੱਗੀਦਾ, ਹੈ ਨਹੀਂ ਕੋਈ ਰੱਬ, ਹੈ ਨਹੀਂ ਕੋਈ ਪਰਮਾਤਮਾ, ਹੈ ਨਹੀਂ ਕੋਈ ਉਹਦੀ ਰਹਿਮਤ, ਐਵੇਂ ਤੁਰ ਪੈਂਦਾ ਮੂੰਹ ਚੱਕ ਕੇ ਫਕੀਰਾਂ ਦੇ, ਐਵੇਂ ਤੁਰ ਪੈਂਦਾ ਉਧਰ ਤੂੰ। ਤਾਂ ਹੁਣ ਕੀ ਹੁੰਦਾ ਹੈ, ਅਸੀਂ ਵਿਸ਼ਵਾਸ ਕਰਦੇ ਆਪਣੇ ਮਾਲਿਕ ਤੇ, ਪਰ ਜਦੋਂ 4 ਕੋਈ ਮੂਰਖ ਜਾਂ 4 ਰਿਸ਼ਤੇਦਾਰ ਇਦਾਂ ਦੀਆਂ ਗੱਲਾਂ ਕਰਦੇ, ਹੈ ਨਹੀਂ ਰੱਬ, ਹੁਣ ਜੇ ਉਹਨਾਂ ਦੇ ਮਗਰ ਲੱਗ ਕੇ ਅਸੀਂ ਵੀ ਮੰਨ ਲਈਏ ਯਾਰ ਇਹ ਸਹੀ ਕਹਿੰਦੇ ਆ, ਮੈਂ ਨਹੀਂ ਹੁਣ ਜਾਣਾ ਮਾਲਕਾਂ ਦੇ, ਜਾਂ ਮੈਂ ਨਹੀਂ ਜਾਣਾ ਫਕੀਰਾਂ ਕੋਲ, ਮੈਂ ਨਹੀਂ ਜਾਣਾ ਗੁਰੂ ਕੋਲ, ਕਿਉਂਕਿ 4 ਬੰਦੇ ਇਦਾਂ ਕਹਿ ਰਹੇ ਆ, ਹੁਣ ਉਹਨਾਂ ਮਗਰ ਲੱਗ ਕੇ ਅਸੀਂ ਕੀ ਗਵਾਤਾ? ਆਪਣਾ ਵਿਸ਼ਵਾਸ। ਪਰ ਇੱਥੇ ਹੁਣ ਕਿਹਾ ਹੈ ਕਿ ਵਿਸ਼ਵਾਸ ਦੀ ਰੱਖਿਆ ਪ੍ਰਾਣਾਂ ਤੋਂ ਵੀ ਜ਼ਿਆਦਾ ਕਰੋ। ਇਹਦਾ ਮਤਲਬ ਹੁਣ ਉਹੀ 4 ਰਿਸ਼ਤੇਦਾਰ ਜਾਂ 4 ਦੋਸਤ ਖੜੇ ਹੈ ਔਰ ਤੁਹਾਨੂੰ ਕਹਿਣ ਉਹ ਭਾਈ ਸਾਹ ਲੈਣਾ ਬੰਦ ਕਰ ਦੇ, ਹੁਣੇ ਮਰ ਜਾ, ਇੱਥੇ ਜਾਨ ਦੇ ਆਪਣੀ, ਤੁਸੀਂ ਕਹਿੰਦਾ ਨਿਕਲੋ ਚੱਕੋ, ਤੁਹਾਡੇ ਕਹਿਣ ਤੇ ਸਾਹ ਲੈਣਾ ਬੰਦ ਕਰ ਦੇਵਾਂ ਮੈਂ, ਹੈ ਤੁਹਾਡੇ ਕਹਿਣ ਤੇ ਰੋਟੀ ਖਾਣੀ ਬੰਦ ਕਰ ਦੇਵਾਂ? ਉਹ ਮੈਨੂੰ ਪ੍ਰਾਣ ਪਿਆਰੇ ਆ ਆਪਣੇ, ਤੁਹਾਡੇ ਕਹਿਣ ਨਾਲ ਕੀ ਹੋਣਾ ਹੈ? ਹੁਣ ਕੋਈ ਰਿਸ਼ਤੇਦਾਰ ਤੁਹਾਨੂੰ ਕਵੇ ਪਾਣੀ ਨਾ ਪੀਵੀਂ ਅੱਜ ਤੋਂ ਬਾਅਦ, ਤਾਂ ਤੁਸੀਂ ਕਹਿੰਦਾ ਪਿਆਸਾ ਮਰਨਾ ਮੈਂ, ਕਿਉਂ ਮੰਨਣਾ ਤੇਰੀ ਗੱਲ? ਕੋਈ ਰਿਸ਼ਤੇਦਾਰ ਕਹਿੰਦੇ ਰੋਟੀ ਨਾ ਖਾਈ ਅੱਜ ਤੋਂ ਬਾਅਦ, ਕਿਉਂ ਬਈ ਪਾਗਲ ਆ ਮੇਰਾ, ਤੇਰੇ ਮਗਰ ਲਾ ਕੇ ਰੋਟੀ ਛੱਡ ਦੇਵਾਂ? ਪਰ ਗੁਰੂ ਕੋਲ ਨਾ ਜਾਈ, ਮਾਲਕਾਂ ਦੇ ਨਾ ਜਾਈ, ਫਕੀਰਾਂ ਕੋਲ ਨਾ ਜਾਈ, ਹੈ ਨਹੀਂ ਕੁਝ ਵੀ, ਇਹ ਗੱਲ ਮੰਨ ਲੈਂਦੇ ਆ। 4 ਰਿਸ਼ਤੇਦਾਰ ਕਹਿੰਦੇ ਯਾਰ ਕੀ ਮੂੰਹ ਦਿਖਾਊਂਗਾ ਜੇ ਉੱਥੇ ਚਲਾ ਗਿਆ, ਦੁਨੀਆ ਕੀ ਕਹੇਗੀ? ਸੱਚਾਈ ਨਹੀਂ ਦੇਖਣੀ, ਇਸ ਲਈ ਉੱਥੇ ਕਿਹਾ ਜਾਂਦਾ ਕੋਈ ਤੁਹਾਨੂੰ ਕਵੇ ਜਾਨ ਦੇ ਦੇ, ਲੈ ਲਓ, ਆਪਣੇ ਮਾਲਿਕ ਨੂੰ ਨਹੀਂ ਮੈਂ ਛੱਡ ਸਕਦਾ, ਆਪਣੇ ਮੁਰਸ਼ਿਦ ਨੂੰ ਨਹੀਂ ਮੈਂ ਛੱਡ ਸਕਦਾ, ਕਿਉਂਕਿ ਮੈਨੂੰ ਆਪਣੇ ਪ੍ਰਾਣਾਂ ਨਾਲੋਂ ਵੀ ਪਿਆਰਾ ਹੈ ਉਹ ਮੇਰਾ ਮਾਲਿਕ, ਜਿਸ ਤੇ ਮੈਂ ਵਿਸ਼ਵਾਸ ਕਰਦਾ ਹਾਂ, ਜੋ ਮੇਰੇ ਜੀਵਨ ਦਾ ਆਨੰਦ ਦਾ ਸਰੋਤ ਹੈ, ਮੇਰੇ ਜੀਵਨ ਦੀਆਂ ਖੁਸ਼ੀਆਂ ਦਾ ਸਰੋਤ ਹੈ, ਜੋ ਮੇਰੇ ਜੀਵਨ ਦੀ ਵਜ੍ਹਾ ਹੈ। ਇਸ ਲਈ ਬੁੱਲੇ ਸ਼ਾਹ ਦਾ ਬੜਾ ਪਿਆਰਾ ਇੱਕ ਕਿੱਸਾ ਸਾਨੂੰ ਯਾਦ ਆ ਗਿਆ। ਇਸ਼ਕ ਦੀ ਗੱਲ ਜਦੋਂ ਆਉਂਦੀ ਹੈ ਨਾ, ਤਾਂ ਬੁੱਲੇ ਸ਼ਾਹ ਵਰਗੇ ਆਸ਼ਕਾਂ ਦਾ ਨਾਮ ਵੀ ਆ ਜਾਂਦਾ ਹੈ। ਉਹ ਸਮਾਂ ਸੀ ਜਦੋਂ ਹਜ ਦਾ ਮਹੀਨਾ ਚੱਲ ਰਿਹਾ ਸੀ, ਕਿਉਂਕਿ ਹਜ ਦਾ ਵੀ ਇੱਕ ਮਹੀਨਾ ਹੁੰਦਾ ਜਦੋਂ ਲੋਕ ਹਜ ਕਰਨ ਵਾਸਤੇ ਮੱਕੇ ਜਾਂਦੇ ਹੈ। ਮੱਕਾ ਇੱਕ ਸ਼ਹਿਰ ਹੈ ਜਿੱਥੇ ਕਾਬਾ ਸ਼ਰੀਫ ਹੈ, ਲੋਕ ਦਰਸ਼ਨ ਕਰਨ ਜਾਂਦੇ ਹੈ। ਹਜ ਦਾ ਮਹੀਨਾ ਚੱਲ ਰਿਹਾ ਸੀ, ਤਾਂ ਹਾਜੀਆਂ ਦੀਆਂ ਲਾਈਨਾਂ ਨਾ ਬੜੀਆਂ ਤਿਆਰੀਆਂ ਕਰਕੇ ਹਜ ਕਰਨ ਜਾ ਰਹੀਆਂ ਹੈ। ਤਾਂ ਉਸ ਵੇਲੇ ਬੁੱਲੇ ਸ਼ਾਹ ਆਪਣੇ ਮੁਰਸ਼ਿਦ ਦੇ ਕੋਲ ਬੈਠੇ ਸੀ, ਉੱਥੋਂ ਵੀ ਕੁਝ ਲੋਕ ਹਜ ਕਰਨ ਜਾ ਰਹੇ ਹੈ, ਤੇ ਇੱਧਰ ਸ਼ਾਹ ਇਨਾਇਤ ਆਪਣੇ ਸੇਵਕਾਂ ਦੇ ਨਾਲ, ਪਿਆਰਿਆਂ ਦੇ ਨਾਲ ਬੁੱਲਾ ਵੀ ਸੀ, ਜਾ ਰਹੇ ਹੈ। ਤਾਂ ਅੱਗਿਓਂ ਹਾਜੀਆਂ ਦਾ ਜੱਥਾ ਗਿਆ, ਇੱਕ ਜੱਥਾ ਮਤਲਬ ਕੁਝ ਲੋਕ ਇਕੱਠੇ ਹੋ ਕੇ ਹਜ ਨੂੰ ਜਾ ਰਹੇ ਹੈ। ਤਾਂ ਜਦੋਂ ਹਾਜੀਆਂ ਨੂੰ ਹਜ ਕਰਨ ਜਾਂਦਾ ਦੇਖਿਆ, ਤਾਂ ਸ਼ਾਹ ਇਨਾਇਤ ਨੇ ਮੁਸਕਰਾ ਕੇ ਬੁੱਲੇ ਸ਼ਾਹ ਦੀ ਤਰਫ ਦੇਖਿਆ, ਸੇਵਕਾਂ ਦੀ ਤਰਫ ਦੇਖਿਆ, ਔਰ ਕਹਿੰਦੇ ਕਿੱਦਾਂ ਬਈ ਤੁਸੀਂ ਨਹੀਂ ਹਜ ਕਰਨ ਜਾਣਾ? ਤੁਸੀਂ ਤਾਂ ਨਹੀਂ ਹਜ ਕਰਨ ਜਾਣਾ? ਸੁਣਿਆ ਹੈ ਕਿ ਹਜ ਕਰਨ ਵਾਲਿਆਂ ਨੂੰ ਜੰਨਤ ਮਿਲਦੀ ਹੈ। ਜ਼ਰਾ ਹੁਣ ਗੌਰ ਕਰਨਾ, ਹੁਣ ਤੁਸੀਂ ਦੱਸੋ ਤੁਹਾਡੇ ਚੋਂ ਜੰਨਤ ਕਿਹਨੂੰ ਚਾਹੀਦੀ ਹੈ? ਤੁਹਾਡੇ ਚੋਂ ਜੰਨਤ ਕਿਹਨੂੰ ਚਾਹੀਦੀ ਹੈ? ਜਦੋਂ ਸਵਾਲ ਕੀਤਾ ਨਾ, ਤਾਂ ਸਾਰਿਆਂ ਨੇ ਹੱਥ ਖੜੇ ਕੀਤੇ। ਜਦੋਂ ਨਹੀਂ ਤੁਹਾਨੂੰ ਪੁੱਛੇ ਤੁਹਾਡੇ ਚੋਂ ਜੰਨਤ ਕਿਹਨੂੰ ਚਾਹੀਦੀ ਹੈ, ਸਵਰਗ ਕਿਹਨੂੰ ਚਾਹੀਦਾ ਹੈ, ਕਰੋ ਹੱਥ ਖੜੇ, ਜਰਾ ਕਿਹੜਾ ਚਾਹੀਦਾ ਹੈ। ਹੁਣ ਤੁਸੀਂ ਸੁਣ ਲਿਆ, ਨਾ ਸੁਣਾਉਂਦੇ ਪਹਿਲਾਂ ਪੁੱਛ ਲੈਂਦੇ, ਸ਼ਾਇਦ ਤੁਸੀਂ ਕਰਦੇ ਨਹੀਂ ਸੀ। ਹੁਣ ਤੁਸੀਂ ਕਹਿਣਾ ਪਤਾ ਨਹੀਂ ਅੱਗੇ ਕਹਾਣੀ ਕੀ ਨਿਕਲਣੀ ਹੈ। ਅਸੀਂ ਹੱਥ ਖੜੇ ਕਰਤੇ ਤਾਂ ਵੀ ਫਸੇ, ਨਾ ਕੀਤੇ ਤਾਂ ਵੀ ਫਸੇ, ਕਿਉਂਕਿ ਬੰਦਾ ਹੁੰਦਾ ਨਾ, ਤੁਹਾਡਾ ਮਾਈਂਡ ਉਹਦਾ ਏਦਾਂ ਕੰਮ ਕਰਦਾ ਹੈ। ਹਾਂ ਜੇ ਪਹਿਲਾਂ ਹੀ ਪੁੱਛ ਲੈਂਦੇ ਸ਼ੁਰੂ ਜੀ ਸਤਸੰਗ ਤੋਂ, ਹਾਂ ਵੀ ਕਿਹਨਾਂ ਨੇ ਸਵਰਗ ਜਾਣਾ ਚਾਹੁੰਦੇ ਆ, ਕਿਹੜੇ ਜਾਣਾ ਚਾਹੁੰਦੇ ਜੰਨਤ ਵਿੱਚ, ਸ਼ਾਇਦ ਸਾਰੇ ਖੜੇ ਕਰ ਦਿੰਦੇ। ਹੁਣ ਇੱਥੇ ਜਦੋਂ ਸ਼ਾਹ ਇਨਾਇਤ ਨੇ ਸਵਾਲ ਕੀਤਾ, ਹਾਂ ਵੀ ਤੁਹਾਡੇ ਜੰਨਤ ਕਿਹੜਾ ਕਿਹੜਾ ਜਾਣਾ ਚਾਹੁੰਦਾ ਹੈ, ਤਾਂ ਜਿੰਨੇ ਕੇ ਸੇਵਾਦਾਰ ਸੀ ਨਾ, ਸੇਵਕ ਸੀ ਨਾਲ, ਸਾਰੇ ਨੇ ਹੱਥ ਖੜੇ ਕਰਤੇ, ਕਿਉਂਕਿ ਜੰਨਤ ਵਾਸਤੇ ਤਾਂ ਬੰਦਾ ਕਰਦਾ ਹੈ। ਜੇ ਪੁੱਛੋ ਕਿਸੇ ਨਮਾਜ਼ੀ ਨੂੰ ਨਮਾਜ਼ ਕਿਉਂ ਪੜ੍ਹਦਾ ਹੈ, ਭਾਈ ਜੰਨਤ ਵਿੱਚ ਜਾਣ ਦੀ ਖਾਤਰ। ਪੂਜਾ ਵਰਤ ਕਿਉਂ ਕਰਦੇ ਆ, ਸਵਰਗ ਜਾਣ ਦੀ ਖਾਤਰ। ਤਾਂ ਹੀ ਤਾਂ ਆਤਮਾ ਦੇ, ਇਹ ਪ੍ਰਮਾਤਮਾ ਹੀ ਆਤਮਾ ਨੂੰ ਸਵਰਗ 'ਚ ਜਗ੍ਹਾ ਦੇ ਦੇ,
ਪੂਜਾ ਵੀ ਤਾਂ ਹੀ ਕੀਤੀ ਜਾਂਦੀ ਹੈ। ਆਤਮਾ ਦੀ ਮੁਕਤੀ ਵਾਸਤੇ ਵੀ ਤਾਂ ਹੀ ਇਨਸਾਨ ਜਾ ਕੇ ਪ੍ਰਾਰਥਨਾਵਾਂ ਕਰਦਾ ਹੈ ਕਿ ਇਹਨੂੰ ਸਵਰਗ ਮਿਲੇ, ਕਿਉਂਕਿ ਸਵਰਗ ਦੀ ਦੌੜ ਹੈ, ਜੰਨਤ ਦੀ ਦੌੜ ਹੈ। ਤਾਂ ਹੁਣ ਸ਼ਾਹ ਇਨਾਇਤ ਨੇ ਜਦੋਂ ਬੁੱਲੇ ਨੂੰ ਔਰ ਉਹਨਾਂ ਦੇ ਨਾਲ ਦੇ ਸਾਥੀਆਂ ਨੂੰ ਯਾਨੀ ਆਪਣੇ ਪਿਆਰਿਆਂ ਨੂੰ ਪੁੱਛਿਆ, ਹਾਂ ਵੀ ਕਿਹੜਾ ਕਿਹੜਾ ਜੰਨਤ ਜਾਣਾ ਚਾਹੁੰਦਾ, ਹੱਥ ਖੜਾ ਕਰੋ। ਤਾਂ ਸਾਰਿਆਂ ਨੇ ਹੱਥ ਖੜੇ ਕਰਤੇ। ਹਜ਼ਰਤ ਐਸੀ ਜਾਣਾ ਚਾਹੁੰਦੇ, ਐਸੀ ਜਾਣਾ ਚਾਹੁੰਦੇ, ਐਸੀ ਜਾਣਾ ਚਾਹੁੰਦੇ ਆ। ਤਾਂ ਬੁੱਲੇ ਸ਼ਾਹ ਇੱਥੇ ਖੜੇ ਸੀ। ਸ਼ਾਹ ਇਨਾਇਤ ਦੇਖ ਕੇ ਕਹਿਣ ਲੱਗਾ, ਬੁੱਲਿਆ ਕੀ ਗੱਲ, ਸਾਰੇ ਜੰਨਤ ਜਾਣ ਨੂੰ ਤਿਆਰ ਹੈ, ਉਹ ਤੇਰੀ ਤਿਆਰੀ ਹੈ ਨਹੀਂ ਜੰਨਤ ਜਾਣ ਦੀ? ਤੁਸੀਂ ਨਹੀਂ ਹੱਥ ਖੜੇ ਕੀਤੇ, ਤੁਹਾਡੀ ਤਿਆਰੀ ਹੈ ਨਹੀਂ ਜੰਨਤ ਜਾਣ ਦੀ? ਜ਼ਰਾ ਸੋਚੋ, ਸਮਝੋ। ਉਹ ਬੁੱਲਿਆ ਸਾਰੇ ਜੰਨਤ ਜਾਣਾ ਚਾਹੁੰਦੇ, ਦੇਖ ਹਾਜੀ ਵੀ ਜੰਨਤ ਜਾਣ ਦੀ ਤਿਆਰੀ ਕਰ ਰਹੇ ਹੈ, ਹੋਰ ਵੀ ਦੁਨੀਆ ਜੰਨਤ ਜਾਣ ਦੀ ਤਿਆਰੀ ਕਰ ਰਹੀ ਹੈ ਕਿ ਜਿਹਨੂੰ ਪੁੱਛੋ ਕੀ ਕਰਾਂ ਮੈਂ, ਜੰਨਤ ਜਾਣ ਦੀ ਤਿਆਰੀ ਹੈ, ਅਸੀਂ ਜੰਨਤ ਜਾਣਾ ਹੈ ਤਾਂ ਕਿ ਮਰਨ ਤੋਂ ਬਾਅਦ ਸਾਡੀ ਆਤਮਾ ਨੂੰ ਸਵਰਗ ਮਿਲੇ, ਜੰਨਤ ਮਿਲੇ। ਉਹ ਸਾਰੇ ਜੰਨਤ ਜਾਣ ਦੀ ਤਿਆਰੀ ਕਰ ਰਹੇ, ਜੰਨਤ ਜਾਣਾ ਚਾਹੁੰਦੇ, ਤੂੰ ਹੱਥ ਹੀ ਨਹੀਂ ਖੜਾ ਕੀਤਾ, ਤੂੰ ਨਹੀਂ ਜੰਨਤ ਜਾਣਾ ਚਾਹੁੰਦਾ? ਤਾਂ ਬੁੱਲੇ ਸ਼ਾਹ ਨੇ ਮੁਰਸ਼ਦ ਦੀ ਤਰਫ ਦੇਖਿਆ, ਕਹਿੰਦਾ ਪੀਰੋ ਮੁਰਸ਼ਦ, ਗੱਲ ਜੰਨਤ ਦੀ ਜਾਂ ਦੋਜ਼ਖ ਦੀ ਨਹੀਂ ਹੈ। ਦੋਜ਼ਖ ਕਹਿ ਦਿੰਦੇ ਨਰਕ ਨੂੰ, ਕਹਿੰਦੇ ਨੇ ਇੱਕ ਸਵਰਗ ਹੈ, ਇੱਕ ਨਰਕ। ਸਵਰਗ ਜਿੱਥੇ ਖੁਸ਼ੀਆਂ ਹੈ, ਸੁੱਖ ਹੈ, ਨਰਕ ਜਿੱਥੇ ਤਕਲੀਫਾਂ ਹੈ, ਦੁੱਖ ਹੈ। ਇਦਾਂ ਇਹਨੂੰ ਜੰਨਤ ਸਵਰਗ, ਦੋਜ਼ਖ ਯਾਨੀ ਨਰਕ। ਤਾਂ ਉਸ ਵੇਲੇ ਬੁੱਲੇ ਸ਼ਾਹ ਨੇ ਕਿਹਾ, ਪੀਰੋ ਮੁਰਸ਼ਦ, ਗੱਲ ਜੰਨਤ ਜਾਂ ਦੋਜ਼ਖ ਦੀ ਨਹੀਂ ਹੈ, ਯਾਨੀ ਸਵਰਗ ਜਾਂ ਨਰਕ ਦੀ ਨਹੀਂ ਹੈ। ਤੁਸੀਂ ਮੈਨੂੰ ਪੁੱਛਿਆ ਜੰਨਤ ਕਿਹੜਾ ਕਿਹੜਾ ਜਾਣਾ ਚਾਹੁੰਦਾ ਹੈ, ਤੁਸੀਂ ਸਾਰਿਆਂ ਨੂੰ ਪੁੱਛਿਆ ਜੰਨਤ ਕਿਹੜਾ ਕਿਹੜਾ ਜਾਣਾ ਚਾਹੁੰਦਾ? ਹਜ਼ਰਤ, ਨਾ ਹੀ ਮੈਨੂੰ ਜੰਨਤ ਦੀ ਖੁਆਇਸ਼ ਹੈ, ਨਾ ਹੀ ਮੈਨੂੰ ਦੋਜ਼ਖ ਦਾ ਡਰ ਹੈ। ਤਾਂ ਉਸ ਵੇਲੇ ਸ਼ਾਹ ਇਨਾਇਤ ਨੇ ਹੱਸ ਕੇ ਕਿਹਾ, ਬੁੱਲਿਆ ਫਿਰ ਜਾਣਾ ਕਿੱਥੇ ਚਾਹੁੰਦਾ, ਤੂੰ ਤਾਂ ਦੱਸ ਦੇ। ਕਹਿੰਦਾ ਜੀ ਮੈਨੂੰ ਸਵਰਗ ਜਾਂ ਨਰਕ ਦੀ ਗੱਲ ਨਹੀਂ ਹੈ, ਜੰਨਤ ਜਾਂ ਦੋਜ਼ਖ ਦੀ ਗੱਲ ਨਹੀਂ ਹੈ। ਜੇ ਮੈਨੂੰ ਪੁੱਛੋ ਮੈਂ ਕਿੱਥੇ ਜਾਣਾ ਚਾਹੁੰਦਾ ਹਾਂ, ਮੈਂ ਤਾਂ ਬਸ ਆਪਣੇ ਮੁਰਸ਼ਦ ਦੇ ਨਾਲ ਜਾਣਾ ਚਾਹੁੰਦਾ, ਚਾਹੇ ਸਵਰਗ ਲੈ ਜਾਓ ਚਾਹੇ ਨਰਕ ਲੈ ਜਾਓ, ਤੁਸੀਂ ਨਾਲ ਚਾਹੀਦੇ ਮੈਨੂੰ। ਕਿਉਂਕਿ ਸਵਰਗਾਂ ਦਾ ਲਾਲਚ ਵੀ ਮੈਨੂੰ ਨਹੀਂ ਹੈ, ਨਰਕਾਂ ਦਾ ਡਰ ਵੀ ਮੈਨੂੰ ਨਹੀਂ ਹੈ। ਮੈਨੂੰ ਤਾਂ ਇੱਕੋ ਹੀ ਮੇਰਾ ਮੁਰਸ਼ਦ ਮੇਰੇ ਨਾਲ ਚਾਹੀਦਾ ਹੈ, ਕਿਉਂਕਿ ਮੈਨੂੰ ਯਕੀਨ ਹੈ ਜੇ ਜੰਨਤ ਵੀ ਤੁਸੀਂ ਮੈਨੂੰ ਭੇਜ ਦੋਗੇ, ਉੱਥੇ ਮੈਨੂੰ ਤੁਹਾਡਾ ਦੀਦਾਰ ਨਾ ਹੋਵੇ ਤਾਂ ਉਹ ਜੰਨਤ ਵੀ ਮੇਰੇ ਵਾਸਤੇ ਦੋਜ਼ਖ ਹੀ ਹੈ। ਕਿਉਂਕਿ ਉਹ ਜੰਨਤ ਜਿੱਦਾਂ ਕਹਿੰਦੇ ਨਾ ਕਿ ਉਹ ਦੋਜ਼ਖ ਮੈਨੂੰ ਲੱਖ ਬਹਿਸ਼ਤਾਂ ਜਿੱਥੇ ਤੂੰ ਇੱਕ ਝਾਤੀ ਪਾਵੇਂ, ਕਿ ਉਹ ਦੋਜ਼ਖ ਵੀ ਮੇਰੇ ਵਾਸਤੇ ਲੱਖਾਂ ਜੰਨਤਾਂ ਦੇ ਬਰਾਬਰ ਹੈ ਜਿੱਥੇ ਤੂੰ ਇੱਕ ਝਾਤੀ ਯਾਨੀ ਤੇਰੀ ਝਾਤ ਪੈਂਦੀ ਰਵੇ। ਯਾਨੀ ਝਾਤ ਦਾ ਮਤਲਬ ਕੀ ਹੁੰਦਾ ਹੈ, ਨਜ਼ਰ ਆਉਂਦਾ ਰਵੇ ਮੈਨੂੰ। ਉਹ ਜੰਨਤ ਵੀ ਮੈਨੂੰ, ਉਹ ਦੋਜ਼ਖ ਵੀ ਮੈਨੂੰ, ਯਾਨੀ ਉਹ ਨਰਕ ਵੀ ਮੈਨੂੰ ਲੱਖਾਂ ਸਵਰਗਾਂ ਦੇ ਬਰਾਬਰ ਹੈ। ਉਹ ਦੋਜ਼ਖ ਮੈਨੂੰ ਲੱਖ ਬਹਿਸ਼ਤਾਂ, ਬਹਿਸ਼ਤ ਕਹਿ ਦਿੰਦੇ ਸਵਰਗਾਂ ਨੂੰ, ਜਿੱਥੇ ਤੂੰ ਇੱਕ ਝਾਤੀ ਪਾਵੇ। ਉਹ ਜੰਨਤ ਮੇਰੇ ਕਿਹੜੇ ਕੰਮ ਦੀ, ਉਹ ਜਿੱਥੇ ਤੂੰ ਹੀ ਨਜ਼ਰ ਨਾ ਆਵੇ। ਕਹਿੰਦੇ ਉਹ ਜੰਨਤ ਵੀ ਮੇਰੇ ਕਿਹੜੇ ਕੰਮ ਦੀ, ਜੇ ਤੂੰ ਹੀ ਨਾ ਦਿਸੇ ਅੱਗੇ, ਜੇ ਤੂੰ ਹੀ ਨਜ਼ਰ ਨਾ ਆਵੇ ਤਾਂ ਜੰਨਤ ਵੀ ਮੇਰੇ ਕਿਸੇ ਕੰਮ ਦੀ ਨਹੀਂ ਹੈ। ਕਿਉਂਕਿ ਇੱਥੇ ਗੱਲ ਨਰਕ ਜਾਂ ਸਵਰਗ ਦੀ ਨਹੀਂ ਹੈ, ਇੱਥੇ ਗੱਲ ਮੁਰਸ਼ਦ ਦੇ ਸਾਥ ਦੀ ਹੈ ਕਿ ਮੁਰਸ਼ਦ ਨਜ਼ਰ ਆਉਣਾ ਚਾਹੀਦਾ ਹੈ। ਹੁਣ ਜਰਾ ਸੋਚ ਕੇ ਦੇਖੋ ਤੁਸੀਂ ਕਿ ਇਨਸਾਨ ਜਿਹਦੇ ਨਾਲ ਪਿਆਰ ਕਰਦਾ ਹੈ ਨਾ, ਹੁਣ ਜਿਹਦੇ ਨਾਲ ਪਿਆਰ ਕਰਦਾ ਉਹਨੂੰ ਬੰਦਾ ਕਿੱਥੇ ਮਿਲਦਾ ਹੈ? ਕਹਿੰਦਾ ਕਿਤੇ ਇਕਾਂਤ ਵਿੱਚ ਮਿਲਦੇ ਆ, ਕਿਉਂਕਿ ਉਹਨੂੰ ਇਕਾਂਤ ਵਿੱਚ ਵੀ, ਜੰਗਲ 'ਚ ਵੀ ਮੰਗਲ ਹੈ ਜਦੋਂ ਉਹਦਾ ਪਿਆਰਾ ਉਹਦੇ ਕੋਲ ਹੋਵੇ। ਤਾਂ ਜੇ ਭਰਿਆ ਮੇਲਾ ਹੋਵੇ, ਬੰਦਾ ਕਹਿੰਦਾ ਦੁਸ਼ਹਿਰੇ ਦੀ ਗਰਾਊਂਡ ਭਰੀ ਹੋਈ ਹੈ ਮੇਲੇ ਨਾਲ, ਲੋਕ ਘੁੰਮ ਰਹੇ ਹੈ, ਪਰ ਆਪਣਾ ਪਿਆਰਾ ਹੀ ਵਿਛੜ ਜਾਵੇ ਤਾਂ ਬੰਦੇ ਨੂੰ ਉਹ ਮੇਲਾ ਵੀ ਕਿੱਦਾਂ ਦਾ ਲੱਗਦਾ ਹੈ? ਖਾਲੀ ਖਾਲੀ ਲੱਗਦਾ ਹੈ। ਸਮਝਦੇ ਹੋ ਕਿ ਨਹੀਂ? ਹੁੰਦਾ ਕਿ ਨਹੀਂ ਏਦਾਂ? ਸੱਚ ਦੱਸਿਓ ਕਿ ਆਪਣਾ ਪਿਆਰਾ ਦੂਰ ਚਲਾ ਜਾਵੇ। ਹੁਣ ਇਹਨੂੰ ਦੁਨਿਆਵੀ ਤੌਰ ਤੇ ਸਮਝ ਲਓ ਕਿ ਇੱਕ ਮਾਂ ਦਾ ਬੱਚਾ ਨਾ ਪਹਿਲੀ ਵਾਰ ਕਿਤੇ ਬਾਹਰ ਚਲਾ ਜਾਵੇ ਤੇ ਜੇ ਇਹਨੂੰ ਬੱਚੇ ਨਾਲ ਪਿਆਰ ਹੈ ਤਾਂ ਮਾਂ ਨੂੰ ਕੁਝ ਵੀ ਚੰਗਾ, ਉਹ ਧਿਆਨ ਹੀ ਬੱਚੇ ਵੱਲ ਰਹਿੰਦਾ, ਹਾਏ ਮੇਰਾ ਬੱਚਾ, ਹਾਏ ਮੇਰਾ ਬੱਚਾ। ਹਾਲਾਂਕਿ ਲਾਗੇ ਭੰਗੜੇ ਪੈਂਦੇ ਹੁਣ, ਜੋ ਵੀ ਹੁੰਦਾ ਰਹੇ, ਕਿਉਂਕਿ ਪਿਆਰ ਦੀ ਗੱਲ ਹੈ। ਇਹ ਮਿਸਾਲ ਦੇ ਕੇ ਸਮਝਾ ਰਹੇ ਹਾਂ, ਔਰ ਇਹੀ ਇਸ਼ਕ ਨੂੰ ਅਸੀਂ ਜਿੱਥੇ ਮਰਜ਼ੀ ਲਾ ਲਈਏ। ਸਮਝਦੇ ਹੋ ਕਿ ਨਹੀਂ? ਕਿਉਂਕਿ ਜਦੋਂ ਆਪਣਾ ਪਿਆਰਾ ਨੇੜੇ ਹੋਵੇ ਤਾਂ ਕੱਲਾ ਕੱਲਾ ਬੰਦਾ ਵੀ ਏਦਾਂ ਲੈ ਵੀ ਮੈਨੂੰ ਸਭ ਕੁਝ ਮਿਲ ਗਿਆ ਕਿਉਂਕਿ ਮੇਰਾ ਪਿਆਰਾ ਮੇਰੇ ਕੋਲ ਹੈ, ਮੇਰੇ ਨਾਲ ਹੈ। ਤੇ ਇਹ ਆਪਣਾ ਪਿਆਰਾ ਹੀ ਨਜ਼ਰ ਨਹੀਂ ਆਉਂਦਾ ਤਾਂ ਬੰਦਾ ਕਹਿੰਦਾ ਲੱਖਾਂ ਦੁਨੀਆ ਚਾਰੋਂ ਪਾਸੇ ਨਾਚ ਰੰਗ ਹੋ ਰਹੇ ਹੈ, ਹੋਲੀ ਚੱਲ ਰਹੀ ਹੈ। ਜਿੱਦਾਂ ਕਿਹਾ ਜਾਂਦਾ ਨਾ, ਸ਼੍ਰੀ ਕ੍ਰਿਸ਼ਨ ਦੇ ਜੀਵਨ ਦੀ ਬੜੀ ਪਿਆਰੀ ਗੱਲ ਹੈ ਕਿ 16 ਸਾਲ ਦੀ ਉਮਰ ਤੱਕ ਸ਼੍ਰੀ ਕ੍ਰਿਸ਼ਨ ਬ੍ਰਿੰਦਾਵਨ ਚ ਰਹੇ। ਸਮਝਦੇ ਹੋ ਕਿ ਨਹੀਂ? ਉਹਨਾਂ ਨੇ ਗੋਪਾਲਿਆਂ ਨਾਲ, ਗੋਪੀਆਂ ਨਾਲ ਬਾਂਸਰੀ ਵਜਾਣੀ, ਨਾਚ ਰੰਗ ਕਰਨੇ, ਸਭ ਕੁਝ ਕਰਨਾ, ਯਾਨੀ ਬੜਾ ਆਨੰਦ ਸੀ। ਗਊਆਂ ਵੀ ਨੱਚਦੀਆਂ ਸੀ ਉਹਨਾਂ ਦੀ ਬਾਂਸਰੀ ਦੀ ਧੁਨ ਤੇ। ਪਰ ਜਦੋਂ ਕੰਸ ਦਾ ਵੱਧ ਕਰਨ ਵਾਸਤੇ ਮਥੁਰਾ ਗਏ, ਉਸ ਤੋਂ ਬਾਅਦ ਦੁਬਾਰਾ ਕਦੀ ਆਖਰੀ ਉਮਰ ਤੱਕ ਉਹਨਾਂ ਦਾ ਦੁਨੀਆ ਵਾਪਸ ਬ੍ਰਿੰਦਾਵਨ ਆਣਾ ਉਹ ਨਹੀਂ ਹੋਇਆ, ਦੁਬਾਰਾ ਨਹੀਂ ਉਹ ਆਏ ਉਹ। ਔਰ ਉਸ ਤੋਂ ਬਾਅਦ ਕਹਿੰਦੇ ਹੈ ਕਿ ਬ੍ਰਿੰਦਾਵਨ ਵਿੱਚ ਹੋਲੀ ਵੀ ਸੁੰਨੀ ਹੋ ਗਈ ਜਦੋਂ ਤੱਕ ਸ਼੍ਰੀ ਕ੍ਰਿਸ਼ਨ ਵਜੂਦੀ ਤੌਰ ਤੇ ਦੁਨੀਆ ਤੇ ਸੀ। ਅੱਜ ਕੱਲ ਤਾਂ ਖੇਲੀ ਜਾਂਦੀ ਹੈ ਹੋਲੀ, ਪਰ ਉਸ ਵੇਲੇ ਕਿਉਂਕਿ ਜਿਨ੍ਹਾਂ ਨੇ ਕ੍ਰਿਸ਼ਨ ਦੇ ਸਾਥ ਦਾ
ਹੋਲੀ ਦਾ ਆਨੰਦ ਲਿਆ ਹੋਵੇ ਨਾ। ਹੁਣ ਜਦੋਂ ਨਾਲ ਨਹੀਂ ਹੈ, ਉਹ ਹੋਲੀ ਦੇ ਰੰਗ ਵੀ ਉਹਨਾਂ ਨੂੰ ਫਿੱਕੇ ਲੱਗਦੇ ਸੀ। ਉਹ ਕਹਿੰਦੇ ਮਜ਼ਾ ਹੀ ਨਹੀਂ ਆਉਂਦਾ, ਉਹ ਮਜ਼ਾ ਹੀ ਨਹੀਂ ਆਉਂਦਾ। ਕਿਉਂਕਿ ਜੋ ਕ੍ਰਿਸ਼ਨ ਦੇ ਹੋਣ ਦਾ ਮਜ਼ਾ ਸੀ, ਉਹਨਾਂ ਨੇ ਬਾਂਸਰੀ ਵਜਾਣੀ, ਰੰਗ ਬਖੇਰਨੇ, ਅਸੀਂ ਨੱਚਣਾ, ਉਹ ਸਾਰੀਆਂ ਖੁਸ਼ੀਆਂ, ਉਹ ਆਨੰਦ ਹੀ ਨਹੀਂ ਆਉਂਦਾ। ਯਾਨੀ ਇਹ ਇੱਕ ਮਿਸਾਲਾਂ ਹੈ, ਇਤਿਹਾਸ ਵਿੱਚ ਵੀ ਇਹ ਚੀਜ਼ਾਂ ਹੈ ਕਿ ਇਨਸਾਨ ਅਗਰ ਉਹਦਾ ਪਿਆਰਾ ਉਹਦੇ ਨਾਲ ਹੈ ਨਾ, ਤਾਂ ਇਨਸਾਨ ਦੇ ਵਾਸਤੇ ਫਿਰ ਕਹਿੰਦੇ ਉਹਦੀ ਜ਼ਿੰਦਗੀ ਰੰਗੀਨ ਲੱਗਦੀ ਹੈ। ਫਿੱਕੇ ਰੰਗ ਵੀ ਉਹਨੂੰ ਗੂੜੇ ਲੱਗਦੇ ਹੈ। ਤਾਂ ਜੇ ਇਨਸਾਨ ਦਾ ਪਿਆਰਾ ਹੀ ਨਾਲ ਨਹੀਂ, ਤਾਂ ਜਿੰਨਾ ਮਰਜ਼ੀ ਅੱਛੇ ਤੋਂ ਅੱਛਾ ਰੰਗ ਦੇ ਦਿਓ, ਕਹਿੰਦਾ ਕੀ ਯਾਰ ਇਹ 'ਚ ਕੀ ਮਜ਼ਾ ਹੈ, ਇਹ 'ਚ ਕੀ ਸਵਾਦ ਹੈ। ਤੁਹਾਡੇ ਨਾਲ ਕਦੀ ਇਦਾਂ ਹੁੰਦੀ ਹੈ ਕਿ ਨਹੀਂ? ਅਗਰ ਹੁੰਦੀ ਹੈ ਤਾਂ ਪਿਆਰ ਹੈ। ਸੋ ਬੁੱਲੇ ਸ਼ਾਹ ਵੀ ਇਹੀ ਗੱਲ ਕਹਿ ਰਹੇ ਹੈ ਕਿ ਪਿਆਰ ਹੈ, ਮੇਰਾ ਪਿਆਰਾ ਨਾਲ ਹੈ। ਤਾਂ ਜਿਸ ਤਰ੍ਹਾਂ ਦੱਸਿਆ, ਫਿਰ ਕਹਾਂਗੇ ਕਿ ਉਹ ਦੋਜ਼ਖ ਮੈਨੂੰ ਲੱਖ ਬਹਿਸ਼ਤਾਂ ਜਿੱਥੇ ਤੂੰ ਇੱਕ ਝਾਤੀ। ਬੋਲ ਦਿਆ ਕਰੋ ਨਾਲ ਨਾਲ। ਨੀਂਦ ਤਾਂ ਨਹੀਂ ਆ ਰਹੀ? ਰੋਟੀ ਟੁੱਟੀਆਂ ਖਾ ਲਈ ਨਾ ਸਾਰਿਆਂ ਨੇ, ਤੇ ਫਿਰ ਆਵਾਜ਼ ਕਿਉਂ ਨਹੀਂ ਨਿਕਲਦੀ ਤੁਹਾਡੀ ਹੈ? ਤੇ ਥੋੜਾ ਬੋਲੋ। ਇੰਨਾ ਕੀ ਹੁੰਦਾ ਕਿ ਇੰਟਰਸਟ ਵੀ ਵੱਧਦਾ ਹੈ, ਤਾਂ ਥੋੜੀਆਂ ਅੱਖਾਂ ਵੀ ਖੁੱਲੀਆਂ ਰਹਿੰਦੀਆਂ ਹੈ। ਸਮਝਦੇ ਹੋ ਕਿ ਨਹੀਂ? ਇਸ ਲਈ ਉਹ ਦੋਜ਼ਖ ਮੈਨੂੰ ਲੱਖ ਬਹਿਸ਼ਤਾਂ। ਪਰ ਸੀਰੀਅਸ ਕਿਉਂ ਬੈਠੇ ਆ ਤੁਸੀਂ? ਜੇ ਸਾਡੇ ਨਾਲ ਪਿਆਰ ਹੈ ਤਾਂ ਫਿਰ ਤਾਂ ਅਸੀਂ ਤੁਹਾਡੇ ਕੋਲ ਬੈਠੇ, ਫਿਰ ਤਾਂ ਖੁਸ਼ ਹੋਣਾ ਚਾਹੀਦਾ ਤੁਹਾਨੂੰ। ਕਿਉਂਕਿ ਬੁੱਲੇ ਸ਼ਾਹ ਦੀ ਇਹੀ ਤਾਂ ਗੱਲ ਹੈ ਕਿ ਮੈਨੂੰ ਸਵਰਗ ਜਾਂ ਦੋਜ਼ਖ ਦਾ ਨਹੀਂ ਹੈ, ਨਰਕ ਦਾ ਉਹ ਨਹੀਂ ਹੈ। ਮੈਨੂੰ ਤਾਂ ਹਰ ਜਗ੍ਹਾ ਬਸ ਮੇਰਾ ਮੁਰਸ਼ਿਦ ਮੇਰੇ ਨਾਲ ਚਾਹੀਦਾ। ਜੇ ਮੇਰਾ ਮੁਰਸ਼ਿਦ ਦੋਜ਼ਖ ਵਿੱਚ ਵੀ ਮੇਰੇ ਨਾਲ ਹੈ ਤਾਂ ਮੇਰੇ ਵਾਸਤੇ ਉਹ ਵੀ ਸਵਰਗ ਹੈ। ਤਾਂ ਜੇ ਮੇਰਾ ਮੁਰਸ਼ਿਦ ਮੇਰੇ ਨਾਲ ਨਹੀਂ ਹੈ ਤਾਂ ਮੈਨੂੰ ਬਹਿਸ਼ਤ ਵੀ ਦੇ ਦਿਓ, ਸਵਰਗ ਵੀ ਦੇ ਦਿਓ, ਜੰਨਤ ਵੀ ਦੇ ਦਿਓ, ਤਾਂ ਉਹ ਵੀ ਮੇਰੇ ਕਿਸੇ ਕੰਮ ਦੀ ਨਹੀਂ। ਉੱਥੇ ਮੈਨੂੰ ਖੁਸ਼ੀ ਨਹੀਂ ਮਿਲਣੀ, ਕਿਉਂਕਿ ਮੇਰੀ ਖੁਸ਼ੀ ਬਾਹਰਲੇ ਪਦਾਰਥਾਂ ਨਾਲ ਨਹੀਂ ਹੈ। ਸਵਰਗ 'ਚ ਕੀ ਹੈ? ਬਾਹਰਲੇ ਸਾਧਨ ਹੈ। ਜਿੱਦਾਂ ਬੰਦਾ ਕਹਿੰਦੇ ਨਰਮ ਗੱਦੇ, ਚੰਗੇ ਚੰਗੇ ਫਲ ਫਰੂਟ। ਸਵਰਗ 'ਚ ਕੀ ਹੈ? ਇਹੀ ਤਾਂ ਹੈ। ਕਦੀ ਦੇਖੋ ਵੇਦਾਂ ਸ਼ਾਸਤਰਾਂ ਨੂੰ ਪੜ੍ਹ ਕੇ ਕਿ ਬੈਠੇ ਹੈ ਦੇਵਤਾ, ਨਰਤਕੀਆਂ ਨੱਚ ਰਹੀਆਂ, ਅਪਸਰਾਵਾਂ, ਔਰ ਉਹ ਬੈਠੇ ਬੈਠੇ ਬਸ ਆਲਸ ਪਿਆ ਹੋਇਆ ਹੈ। ਚਾਰੋਂ ਪਾਸੇ ਕੀ ਹੈ? ਜੋ ਚਾਹੁੰਦੇ ਆ ਖਾਣ ਨੂੰ ਮਿਲੀ ਜਾਂਦਾ। ਇਹ ਕੋਈ ਜ਼ਿੰਦਗੀ ਹੈ? ਉਹ ਬੁੱਲੇ ਸ਼ਾਹ ਕਹਿੰਦੇ ਇਹ ਬਾਹਰਲੇ ਸਾਧਨਾਂ ਨਾਲ ਕੋਈ ਉਹਦਾ ਨਹੀਂ ਹੈ। ਹੁਣ ਜਰਾ ਸੋਚੋ, ਜੇ ਅੰਦਰ ਹੀ ਮੇਰੇ ਖੁਸ਼ੀ ਨਾ ਹੋਵੇ ਤਾਂ ਮੈਨੂੰ ਨਰਮ ਗੱਦਿਆਂ ਤੇ ਬਿਠਾ ਦਿਓ, ਮੈਨੂੰ ਸੋਨੇ ਚਾਂਦੀ ਦੇ ਥਾਲਾਂ 'ਚ ਰੋਟੀ ਦੇ ਦਿਓ, ਮੈਨੂੰ ਕੋਈ ਦਾਸ ਦਾਸੀਆਂ ਕੋਲ ਖੜੀਆਂ ਕਰ ਦਿਓ, ਜਿੱਦਾਂ ਬੰਦਾ ਢਾਬੇ ਤੇ ਚਲਾ ਜਾਂਦਾ ਹੈ। ਕਿਉਂਕਿ ਉੱਥੇ ਕੀ ਹੈ? ਤੁਸੀਂ ਬੈਠੇ ਹੀ ਹੋ ਨਾ, ਆਰਡਰ ਹੀ ਦਿੰਦੇ ਹੋ ਤੁਸੀਂ। ਹਾਂ ਬਈ ਚਾਹ ਲਿਆ, ਲੱਸੀ ਲਿਆ, ਪੈਸਾ ਦੇਣਾ ਪੈਂਦਾ ਹੈ। ਆਰਡਰ ਕਰਦੇ ਹੋ ਤਾਂ ਚੀਜ਼ਾਂ ਟੇਬਲ ਤੇ ਆਉਂਦੀਆਂ ਕਿ ਨਹੀਂ? ਪਰ ਜੇ ਅੰਦਰੋਂ ਹੀ ਤੁਸੀਂ ਦੁਖੀ ਹੈ ਤਾਂ ਕੀ ਫਾਇਦਾ ਕਿ ਟੇਬਲ ਤੇ ਸਭ ਕੁਝ ਆਈ ਜਾਵੇ? ਸਮਝਦੇ ਹੋ? ਹੁਣ ਢਾਬਿਆਂ 'ਚ ਅਸੀਂ ਪੈਸਾ ਦਿੰਦੇ ਆ ਤਾਂ ਸਾਨੂੰ ਉਹ ਚੀਜ਼ ਮਿਲਦੀ ਹੈ। ਤਾਂ ਸਵਰਗ 'ਚ ਕੀ ਹੈ? ਅੱਛੇ ਕਰਮ ਦਿੰਦੇ ਆ, ਅੱਛੇ ਕਰਮ ਕਰਕੇ ਜੋ ਅੱਛੀ ਅਛਾਈ ਦਾ ਧਨ ਜਮਾ ਕਰਦੇ ਨੇ, ਉਹਦੇ ਬਦਲੇ ਸਵਰਗ ਦੇ ਵਿੱਚ ਸੁੱਖ ਭੋਗ ਮਿਲਦੇ। ਫਰਕ ਕੀ ਹੈ? ਪਰ ਇੱਥੇ ਬੁੱਲੇ ਸ਼ਾਹ ਕਹਿੰਦੇ ਗੱਲ ਤਾਂ ਅੰਦਰ ਦੀ ਖੁਸ਼ੀ ਦੀ ਹੈ ਕਿ ਮੇਰੀ ਖੁਸ਼ੀ ਕਾਹਦੇ ਨਾਲ ਹੈ, ਮੈਨੂੰ ਚਾਹੀਦਾ ਕੀ ਹੈ। ਇਸ ਲਈ ਪੁੱਛੋ ਆਪਣੇ ਆਪ ਨੂੰ, ਮੇਰੀ ਖੁਸ਼ੀ ਕਿਹੜੀ ਚੀਜ਼ 'ਚ ਹੈ, ਮੇਰੇ ਜੀਵਨ ਦਾ ਆਨੰਦ ਕੀ ਹੈ। ਇਸ ਲਈ ਇੱਥੇ ਤੁਹਾਨੂੰ ਫਿਰ ਕਵਾਂਗੇ, ਉਸੇ ਪੁਆਇੰਟ ਤੇ ਆਵਾਂਗੇ ਕਿ ਇਨਸਾਨ ਦੇ ਜੀਵਨ 'ਚ ਖੁਸ਼ੀਆਂ, ਆਨੰਦ, ਸ਼ਾਂਤੀ ਇਹ ਬਾਹਰਲੀਆਂ ਚੀਜ਼ਾਂ ਨਾਲ ਨਹੀਂ ਹੈ, ਇਹ ਅੰਦਰ ਦੀ ਗੱਲ ਹੈ। ਇਹ ਸਮਝਦੇ ਹੋ ਕਿ ਨਹੀਂ? ਤਾਂ ਹੀ ਤਾਂ ਕਈ ਵਾਰ ਜਿੱਦਾਂ ਹੁਣ ਰੈਸਟੋਰੈਂਟ ਦੀ ਗੱਲ ਕੀਤੀ ਨਾ, ਤੁਸੀਂ ਦੁਖੀ ਬੰਦੇ ਨੂੰ ਢਾਬੇ ਤੇ ਵੀ ਜਾ ਕੇ ਬਿਠਾ ਦੋਗੇ, ਲੈ ਵੀ ਆਰਡਰ ਕਰ, ਤੇਰੇ ਆਰਡਰ ਤੇ ਸਭ ਕੁਝ ਆਏਗਾ। ਉਹਨਾਂ ਕਹਿਣਾ ਕੀ ਕਰਨਾ, ਆਰਡਰ ਤੁਸੀਂ ਦੇ ਦਿਓ ਜੋ ਦੇਣਾ, ਮੇਰਾ ਤਾਂ ਕੁਝ ਖਾਣ ਨੂੰ ਦਿਲ ਹੀ ਨਹੀਂ ਕਰਦਾ। ਕਿਉਂ? ਕਿਉਂਕਿ ਮੈਂ ਅੰਦਰੋਂ ਦੁਖੀ ਹਾਂ। ਗੱਲ ਅੰਦਰ ਦੀ ਹੈ ਨਾ। ਇਸ ਲਈ ਅਸੀਂ ਕਈ ਵਾਰ ਦੱਸੀਦਾ ਨਾ ਕਿ ਜਿੱਥੇ ਮਾਤਮ ਹੋਵੇ ਨਾ, ਉੱਥੇ ਅਗਰ 15-20 ਚੀਜ਼ਾਂ ਰੱਖੀਆਂ ਹੋਣ ਖਾਣ ਨੂੰ, ਨੂਡਲ, 버ਗਰ, ਟਿੱਕੀ, ਇਹ ਉਹ, ਇੱਧਰ ਲਾਸ਼ ਪਈ ਹੈ, ਉਧਰੋਂ ਸਾਰਾ ਕੁਝ ਸਜਾ ਕੇ ਰੱਖਿਆ ਹੈ, ਬੰਦੇ ਨੇ ਖਾਣਾ ਹੈ, ਯਾਰ ਮਜ਼ਾ ਪਿਆ ਖਾਵਾਂ। ਹਾਂ ਕੋਈ ਖਾਣ ਦਾ ਭੁੱਖਾ ਹੋਏਗਾ, ਉਹੀ ਜਾ ਕੇ ਖਾਏਗਾ। ਜੋਸ਼ ਜ਼ਿਆਦਾ ਆ ਗਿਆ ਅੱਜ, ਏਦਾਂ ਜੋਸ਼ ਆ ਜਾਂਦਾ ਜ਼ਿਆਦਾ ਹੈ ਨਾ। ਤਾਂ ਹੀ ਅਸੀਂ ਕਿਹਾ ਮਾਈਕ ਵੀ ਥੋੜਾ ਪੱਕੀ ਤਰ੍ਹਾਂ ਰੱਖਿਆ ਕਰੋ, ਪਤਾ ਨਹੀਂ ਹੁੰਦਾ ਕਿਹੜੇ ਵੇਲੇ ਕਿਤੇ ਇਹ ਨਾ ਹੋਵੇ ਹੱਥ ਵੱਜਦਾ ਮਾਈਕ ਉੱਥੇ ਪਹੁੰਚਿਆ ਹੋਵੇ। એનર્ਜੀ ਇੰਨੀ ਹੁੰਦੀ ਹੈ। ਸੋ ਦੱਸਣਾ ਕੀ ਚਾਹੁੰਦੇ ਹਾਂ ਅਸੀਂ ਕਿ ਅੰਦਰ ਇਨਸਾਨ ਦੇ ਖੁਸ਼ੀ ਹੋਵੇ ਤਾਂ ਖਾਣ ਨੂੰ ਵੀ ਦਿਲ ਕਰਦਾ ਹੈ। ਇੱਧਰ ਮੁਰਦਾ ਪਿਆ ਹੋਵੇ, ਉਧਰ ਰੱਖਿਆ ਹੋਣ, ਸਟਾਲ ਲੱਗੇ ਹੋਣ, ਤਾਂ ਖਾਣ ਨੂੰ ਦਿਲ ਕਰਨਾ ਕਿਸੇ ਦਾ। ਸਮਝ ਨਾ? ਉੱਥੇ ਤਾਂ ਬੰਦਾ ਉਦੋਂ ਨਹੀਂ ਹੱਥ ਲਾਉਂਦਾ, ਕਹਿੰਦਾ ਪਤਾ ਨਹੀਂ ਬਣਾਉਣ ਦਾ ਢੰਗ ਹੀ ਹੋਣਾ ਹੈ, ਭਾਵੇਂ ਰੋਂਦੇ ਰੋਂਦੇ ਕਿਤੇ ਆਂਸੂ ਨਾ ਵਿੱਚ ਸਿੱਟੇ ਹੋਣੇ ਨੇ, ਹੋ ਜਾਂਦਾ ਫਰਕ ਪੈਂਦਾ। ਕਿਉਂਕਿ ਜਦੋਂ ਰੋਂਦਾ ਨਾ ਬੰਦਾ ਨਾਲ, ਖਾਣਾ ਇਹ ਨਹੀਂ ਖਾ ਸਕਦਾ ਮੈਂ, ਇਹ ਨਹੀਂ ਖਾ ਸਕਦਾ ਮੈਂ, ਇਹ ਚੀਜ਼ ਤੋਂ ਬਚਾਂ। ਕੀ ਪਤਾ ਰੋਂਦੇ ਰੋਂਦੇ ਨੇ ਕੀ ਕੁਛ ਮਿਕਸ ਕਰ ਦਿੱਤਾ ਹੋਣਾ। ਸਮਝਦੇ ਹੋ ਕਿ ਨਹੀਂ? ਪਰ ਜਿੱਥੇ ਖੁਸ਼ੀ ਹੋਵੇ, ਪਤਾ ਹਲਵਾਈ ਲੱਗੇ ਹੋਏ ਆ, ਪਤਾ ਸਭ ਕੁਝ ਹੈ, ਬੰਦਾ ਕਹਿੰਦਾ ਆਣ ਦਿਓ ਬਈ ਵਿਆਹ ਆ, ਹੁਣ ਤਾਂ ਅੱਛਾ ਆ ਟਿੱਕੀ ਵੀ ਆਣ ਦਿਓ, ਨੂਡਲ ਵੀ ਆਣ ਦਿਓ, ਅੱਛਾ ਹੋਰ ਕੀ ਹੈ, ਚਾਟ ਪਾਪੜੀ ਵੀ ਆਣ ਦਿਓ, ਆ ਦਾਲ ਵੀ ਆਣ ਦਿਓ। ਇੱਕੋ ਹੀ ਪਲੇਟ 'ਚ ਸਭ ਕੁਝ ਮਿਕਸ ਕੀਤਾ ਹੁੰਦਾ ਕਿ ਨਹੀਂ?
ਜੇ ਨਾ ਕੀਤਾ ਸਾਰਿਆਂ ਨੇ, ਪਰ ਜੇ ਕਹੀ ਨਾ ਹੱਥ ਖੜਾ ਕਰੋ, ਹੱਥ ਕਿਸੇ ਨੇ ਨਹੀਂ ਖੜਾ ਕਰਨਾ, ਕਿਉਂਕਿ ਮਿਕਸ ਸਾਰੇ ਹੀ ਕਰ ਦਿੰਦੇ ਆ। ਉਹ ਇੱਕੋ ਹੀ ਛੋਟੀ ਜਿਹੀ ਪਲੇਟ ਹੁੰਦੀ, ਕਿਉਂਕਿ ਕੋਲੀਆਂ ਤਾਂ ਹੁੰਦੀਆਂ ਨਹੀਂ, ਉਹ 'ਚ ਇੱਕ ਪਾਸੇ ਰਾਇਤਾ ਜੀ, ਇੱਕ ਪਾਸੇ ਦਾਲ ਜੀ, ਇੱਕ ਪਾਸੇ ਮਟਰ ਪਨੀਰ, ਇੱਕ ਪਾਸੇ ਚੌਲ, ਇੱਕ ਪਾਸੇ ਰੋਟੀ, ਉਹ ਸਭ ਕੁਝ ਮਿਕਸ ਜਿਹਾ ਕੀਤਾ ਹੁੰਦਾ ਹੈ। ਔਰ ਵਿੱਚ ਇਹ ਨੂਡਲ ਟਿੱਕੀ ਜੋ ਆਂਦਾ ਆਣ ਦੇ ਬਸ, ਕਿਉਂਕਿ ਬੰਦੇ ਨੂੰ ਹੁੰਦਾ ਖਾ ਲਓ ਜੋ ਖਾਣਾ ਹੈ। ਇਸ ਲਈ ਖੁਸ਼ੀ ਵਿੱਚ ਹੀ ਸਭ ਕੁਝ ਚੰਗਾ ਲੱਗਦਾ ਹੈ, ਖੁਸ਼ੀ ਵਿੱਚ ਹੀ ਜੀਵਨ ਮਜ਼ੇਦਾਰ ਲੱਗਦਾ ਹੈ, ਆਨੰਦ ਆਉਂਦਾ ਹੈ ਜ਼ਿੰਦਗੀ ਦਾ। ਤਾਂ ਹੀ ਤਾਂ ਤੁਹਾਨੂੰ ਕਹਿੰਦੇ ਹੱਸੋ ਮੁਸਕਰਾਓ, ਕਿਉਂਕਿ ਉਸ ਮਾਲਿਕ ਨੇ ਜ਼ਿੰਦਗੀ ਖੁਸ਼ੀ ਨਾਲ ਜੀਣ ਵਾਸਤੇ ਦਿੱਤੀ ਹੈ। ਉਦਾਸ ਬਹਿ ਕੇ ਅਸੀਂ ਆਪਣਾ ਟਾਈਮ ਖਰਾਬ ਕਰੀਏ, ਇੰਨਾ ਟਾਈਮ ਹੀ ਨਹੀਂ ਹੈ ਸਾਡੇ ਕੋਲ, ਕਿਉਂਕਿ ਜ਼ਿੰਦਗੀ ਤਾਂ ਉੱਦਾਂ ਹੀ ਹੱਥੋਂ ਨਿਕਲਦੀ ਜਾ ਰਹੀ ਹੈ। ਔਰ ਇਹਨੂੰ ਉਦਾਸੀ ਨਾਲ, ਦੁਖੀ ਹੋ ਕੇ, ਪਰੇਸ਼ਾਨ ਹੋ ਕੇ ਕਿਉਂ ਗੁਜ਼ਾਰਨਾ, ਇਹਨੂੰ ਖੁਸ਼ੀ ਦੇ ਨਾਲ ਗੁਜ਼ਾਰੀਏ। समझते हो कि नहीं? ठीक है। माना कि जिंदगी की राहें आसान नहीं है, माना कि जिंदगी की राहें आसान नहीं है, मगर मुस्कुराकर जीने में कोई नुकसान नहीं है। जरा समझो इस चीज में कि मन्निया कि जिंदगी की कठिनाइयां बहुत है, मन्निया जीवन च संकट बहुत है, मन्निया जीवन च दुख बहुत है, पर फिर भी मुस्कुराकर जीने में कोई नुकसान नहीं है। फिर भी संकट है, ਅਸੀਂ रो के डर के भी ਉਹਦੇ ਨਾਲ ਚੱਲ ਸਕਦੇ ਹਾਂ, ਸਮਝਦੇ ਹੋ ਕਿ ਨਹੀਂ? ਔਰ ਮੁਸਕਰਾ ਕੇ ਵੀ ਚੱਲ ਸਕਦੇ ਹਾਂ। ਹੁਣ ਫਰਜ਼ ਕਰੋ ਇੱਕ ਬੰਦੇ ਦੇ ਦਰਦ ਹੁੰਦੀ ਹੈ, ਉਹ ਚੱਲਦਾ ਰਿਹਾ ਹੀ ਹੈ, ਹਾਏ ਮਰ ਗਿਆ, ਹਾਏ ਮਰ ਗਿਆ, ਹਾਏ ਮਰ ਗਿਆ, ਹਾਏ ਮਰ ਗਿਆ, ਦੇਖਣ ਵਾਲਾ ਕਹਿਣਾ ਭਾਈ ਪਤਾ ਨਹੀਂ ਕੀ ਹੋ ਗਿਆ। ਹੁਣ ਦਰਦ ਹੈ ਯਾਰ, ਕੋਈ ਨਹੀਂ, ਦਰਦਾਂ ਆਉਂਦੀਆਂ ਰਹਿੰਦੀਆਂ, ਲੈ ਚੱਲ ਰਿਹਾ ਲਗੜਾ ਕੇ, ਆਹ ਮਜ਼ਾ ਆ ਗਿਆ, ਮਜ਼ਾ ਆ ਗਿਆ। ਦੇਖਣ ਨੂੰ ਕੀ ਪਤਾ ਲੱਗੇਗਾ ਇਹ ਕਿੰਨਾ ਸਟਰੋਂਗ ਹੈ ਭਾਈ, ਦਰਦ ਵੀ ਵਾਹ ਵਾਹ ਕਰ ਰਿਹਾ ਹੈ, ਔਰ ਮਰ ਗਏ ਕਰ ਰਿਹਾ। ਉਹ ਕੀ ਜ਼ਿੰਦਗੀ ਹੈ? ਸੋ ਦਰਦ ਵੀ ਹੈ, ਪੀੜਾ ਵੀ ਹੈ, ਤਾਂ ਅਸੀਂ ਮੁਸਕਰਾ ਕੇ ਚਲੀਏ। ਕਿਉਂ ਦੁਨੀਆ ਨੂੰ ਤਮਾਸ਼ਾ ਦਿਖਾਣਾ ਕਿ ਮੈਂ ਆ ਆਇਆ, ਮੈਂ ਉਹ ਹਾਂ। ਕਈ ਵਾਰ ਦੇਖਿਆ ਨਾ, ਮਾੜੀ ਦਰਦ ਹੁੰਦੀ, ਬੰਦਾ ਇਤਨਾ ਮੇਲੇਟਦਾ ਨਾ, ਉਹ ਜ਼ਮੀਨ ਤੇ ਗਿਰ ਕੇ ਇਦਾਂ ਹੱਥ ਮਾਰਨ ਲੱਗ ਜਾਂਦਾ, ਉਹ ਜੀਭ ਵੀ ਡਰ ਜਾਂਦੇ ਵਿਚਾਰੇ, ਕੀ ਹੋ ਗਿਆ ਇਹਨੂੰ? ਉਹ ਨਹੀਂ, ਸਿਰ 'ਚ ਬਹੁਤ ਦਰਦ ਸੀ ਤਾਂ ਚੱਕਰ ਆ ਰਹੇ। ਉਹ ਆਪਣਾ ਦਰਦ ਤੂੰ ਦੂਜਿਆਂ ਨੂੰ ਕਿਉਂ ਬਣ ਰਿਹਾ ਹੈ? ਇੰਨਾ ਸਟਰੋਂਗ ਬਣ। ਕਿੰਨੇ ਲੋਕ ਮਜ਼ਾਕ ਉਡਾਣਗੇ, ਕਦੀ ਦੇਖਦੇ ਹੋ ਨਾ ਤੁਸੀਂ? ਕੋਈ ਗਿਰ ਜਾਂਦੇ ਆ, ਇਦਾਂ ਹੱਥ ਪੈਰ ਮਾਰਨੇ ਸ਼ੁਰੂ ਹੋ ਜਾਂਦੇ ਆ, ਨਾ ਕੱਪੜਿਆਂ ਦੀ ਫਿਕਰ ਨਾ ਆਪਣੀ ਫਿਕਰ, ਬਾਅਦ 'ਚੋਂ ਦੁਨੀਆ ਮਜ਼ਾਕ ਹੀ ਕਰਦੀ, ਦੇਖੋ ਕਿੱਦਾਂ ਦਾ ਬੰਦਾ ਸੀ, ਆ ਕਿੱਦਾਂ ਦੀ ਜਨਾਨੀ ਸੀ, ਪਤਾ ਨਹੀਂ ਉਹਨਾਂ ਨੂੰ ਕੀ ਮਜ਼ਾ ਆਉਂਦਾ ਹੈ। ਅਸੀਂ ਕਹਿੰਦੇ ਜ਼ਿੰਦਗੀ ਨੂੰ ਇਦਾਂ ਦਾ ਬਣਾਓ ਕਿ ਤੁਹਾਡੇ ਇੰਨਾ ਸਟਰੋਂਗ ਹੋਵੋ, ਤੁਸੀਂ ਇੰਨਾ ਤਾਕਤਵਰ ਹੋਵੋ, ਇੰਨਾ ਸ਼ਕਤੀਸ਼ਾਲੀ ਹੋਵੋ ਕਿ ਦੁੱਖ ਤਕਲੀਫਾਂ ਹੋਣ ਵੀ ਪਰ ਕਿਸੇ ਨੂੰ ਪਤਾ ਨਾ ਲੱਗੇ। ਫਿਰ ਬੰਦਾ ਕਹੇਗਾ ਵਾਕਈ ਜ਼ਿੰਦਗੀ ਇਹਦੀ ਹੈ ਭਾਈ। ਕਿ ਇੰਨੇ ਜ਼ਖਮ ਖਾ ਲਏ, ਕਹਿੰਦੇ ਜਦੋਂ ਹਜ਼ਰਤ ਹੁਸੈਨ ਦੀ ਗਰਦਨ ਕੱਟੀ ਗਈ ਸੀ, ਕਿੰਨੇ ਸੌ ਜ਼ਖਮ ਉਹਨਾਂ ਦੇ ਸਰੀਰ ਤੇ ਸੀ, ਉਹਨਾਂ ਨੇ ਫਿਰ ਵੀ ਆਹ ਨਹੀਂ ਕੀਤੀ, ਫਿਰ ਵੀ ਉਹ ਸ਼ੁਕਰ ਕਰਦੇ ਰਹੇ। ਅੱਜ ਨਾਮ ਵੀ ਉਹਨਾਂ ਰੱਬ ਦੇ ਪਿਆਰਿਆਂ ਦਾ ਹੀ ਹੈ ਜਿਨ੍ਹਾਂ ਨੇ ਬੰਦ ਕਟਾ ਲਏ, ਪਰ ਹਾਏ ਹਾਏ ਨਹੀਂ ਕੀਤੀ। ਉਹਨਾਂ ਨੇ ਇਹੀ ਕਿਹਾ ਸ਼ੁਕਰ ਹੈ। ਜੇ ਉਹਦੀ ਯਾਦ ਵਿੱਚ, ਉਹਦੇ ਇਸ਼ਕ ਵਿੱਚ ਦੁੱਖ ਵੀ ਆਉਂਦਾ ਹੈ ਤਾਂ ਸ਼ੁਕਰ ਹੈ। ਇਹਨੂੰ ਕਹਿੰਦੇ ਹਿੰਮਤ, ਇਹਨੂੰ ਕਹਿੰਦੇ ਰੱਬ ਦੇ ਪਿਆਰੇ। ਚੈੱਕ ਕਰੋ ਆਪਣੇ ਆਪ ਨੂੰ। ਅਸੀਂ ਮਾੜੀ ਮਾੜੀ ਤਕਲੀਫ ਨੂੰ ਲੈ ਕੇ ਬਹਿ ਜਾਂਦੇ ਹਾਂ, ਕਿਉਂਕਿ ਫਿਰ ਕਵਾਂਗੇ ਇੱਥੇ ਗੱਲ ਯਾਦ ਰੱਖਣਾ ਕਿ ਜਿਹੜੀ ਇਨਸਾਨ ਦੀ ਹਾਰ ਹੈ ਨਾ, ਕਹਿੰਦੇ ਗਿਰਨ ਵਿੱਚ, ਚਲਦੇ ਚਲਦੇ ਗਿਰਨ ਵਿੱਚ ਇਨਸਾਨ ਦੀ ਪ੍ਰਜੇ ਨਹੀਂ ਹੈ ਜਾਂ ਹਾਰ ਨਹੀਂ ਹੈ। ਹਾਰ ਅਸਲੀ ਕਿਹੜੀ ਹੈ? ਕਿ ਜੇ ਅਸੀਂ ਗਿਰ ਜਾਈਏ ਔਰ ਦੁਬਾਰਾ ਉੱਠਣ ਦੀ ਕੋਸ਼ਿਸ਼ ਨਾ ਕਰੀਏ, ਉਹ ਹੈ ਹਾਰ। ਸਮਝਦੇ ਹੋ? ਇੱਕ ਬੰਦਾ ਕਹਿੰਦਾ ਚੱਲਦਾ ਚੱਲਦਾ ਗਿਰ ਗਿਆ, ਹਾਏ ਮੈਂ ਹਾਰ ਗਿਆ, ਉਹ ਹਾਰ ਨਹੀਂ ਹੈ। ਚਲਦੇ ਚਲਦੇ ਗਿਰ ਗਏ, ਤੁਸੀਂ ਦੁਬਾਰਾ ਉੱਠੇ, ਤੁਰ ਪਏ, ਤੁਸੀਂ ਵਿਜੇਤਾ ਹੋ, ਤੁਸੀਂ ਵਿਨਰ ਹੋ। ਪਰ ਜੇ ਤੁਸੀਂ ਚਲਦੇ ਚਲਦੇ ਗਿਰ ਗਏ ਔਰ ਮੁੜ ਕੇ ਕਹੋ ਯਾਰ ਗਿਰ ਗਿਆ, ਹੁਣ ਨਹੀਂ ਮੈਂ ਉੱਠਣਾ, ਉਹ ਹੈ ਅਸਲੀ ਪ੍ਰਜੇ, ਉਹ ਹੈ ਅਸਲੀ ਹਾਰ। ਇਸ ਲਈ ਕਦੀ ਵੀ ਆਪਣੇ ਆਪ ਨੂੰ ਇੰਨਾ ਕਮਜ਼ੋਰ ਨਾ ਬਣਾਓ ਕਿ ਕੋਈ ਪਰੇਸ਼ਾਨੀ, ਕੋਈ ਤਕਲੀਫ, ਕੋਈ ਦੁੱਖ, ਕੋਈ ਮੁਸੀਬਤ ਤੁਹਾਨੂੰ ਗਿਰਾ ਦੇਵੇ ਤਾਂ ਤੁਹਾਡੇ ਉੱਠਣ ਦਾ ਦਮ ਨਾ ਹੋਵੇ। ਆਪਣੇ ਆਪ ਨੂੰ ਇਦਾਂ ਦਾ ਬਣਾਓ, ਕੋਈ ਦੁੱਖ ਆਵੇ, ਕੋਈ ਮੁਸੀਬਤ ਆਵੇ, ਜੇ ਮੁਸੀਬਤ ਨੇ ਮੈਨੂੰ ਗਿਰਾਇਆ ਨਾ, ਮੈਂ ਦੁਬਾਰਾ ਦੁੱਗਣੇ ਜੋਸ਼ ਨਾਲ ਉੱਠ ਕੇ ਦਿਖਾਊਂਗਾ। ਇਹਦਾ ਅੰਤ ਹੋਏਗਾ ਤਾਂ ਮੈਂ ਮੰਜ਼ਿਲ ਤੇ ਪਹੁੰਚੂੰਗਾ। ਇਹ ਜ਼ਿੰਦਗੀ ਹੈ, ਇਹ ਜੀਵਨ ਹੈ। ਸਮਝ ਆ ਰਹੀ ਕਿ ਨਹੀਂ? ਇਸ ਲਈ ਆਪਣੇ ਆਪ ਨੂੰ ਮਜ਼ਬੂਤ ਬਣਾਓ, ਆਪਣੇ ਆਪ ਨੂੰ ਸਟਰੋਂਗ ਬਣਾਓ, ਆਪਣੇ ਅੰਦਰ ਹਿੰਮਤ ਪੈਦਾ ਕਰੋ, ਆਪਣੇ ਅੰਦਰ ਸਾਹਸ ਪੈਦਾ ਕਰੋ। ਔਰ ਜਿਸ ਤਰ੍ਹਾਂ ਅਸੀਂ ਦੱਸ ਰਹੇ ਸੀ ਕਿ ਅੰਦਰ ਖੁਸ਼ੀ, ਅੰਦਰ ਆਨੰਦ ਅਗਰ ਹੁੰਦਾ ਹੈ ਤਾਂ ਫੇਰ ਹੀ ਜ਼ਿੰਦਗੀ ਹੈ। ਤਾਂ ਜੇ ਜ਼ਿੰਦਗੀ 'ਚ ਬਾਹਰੋਂ ਸਭ ਕੁਝ ਹੈ ਪਰ ਅੰਦਰ ਉਹ ਆਨੰਦ, ਉਹ ਸ਼ਾਂਤੀ, ਸਕੂਨ ਨਹੀਂ ਹੈ ਤਾਂ ਫਿਰ ਕਾਹਦੀ ਜ਼ਿੰਦਗੀ, ਫਿਰ ਕਾਹਦਾ ਜੀਵਨ?
ਇਸ ਲਈ ਸਮਝਣਾ, ਤਾਂ ਹੀ ਅਸੀਂ ਫਿਰ ਕਵਾਂਗੇ ਕਿ ਫਕੀਰਾਂ ਦੀ ਗੱਲ ਨੂੰ ਯਾਦ ਰੱਖਣਾ ਕਿ ਆਪਣੇ ਪ੍ਰਾਣਾਂ ਨਾਲੋਂ ਵੀ ਜ਼ਿਆਦਾ ਵਿਸ਼ਵਾਸ ਦੀ ਰੱਖਿਆ ਕਰਨੀ ਹੈ। ਕਹਿ ਦਿਓ ਤੁਸੀਂ ਵੀ, ਪ੍ਰਾਣਾਂ ਨਾਲੋਂ ਵੀ ਜ਼ਿਆਦਾ ਵਿਸ਼ਵਾਸ ਦੀ ਰੱਖਿਆ ਕਰਨੀ ਹੈ, ਕਿਉਂਕਿ ਵਿਸ਼ਵਾਸ ਹੀ ਸਾਡੇ ਆਨੰਦ ਦਾ, ਸਾਡੀ ਖੁਸ਼ੀਆਂ ਦਾ ਸਰੋਤ ਹੈ। ਸਰੋਤ ਯਾਨੀ ਸੋਮਾ ਹੈ, ਜਿੱਥੋਂ ਇਹ ਸਾਰੀਆਂ ਚੀਜ਼ਾਂ ਪੈਦਾ ਹੁੰਦੀਆਂ ਹੈ। ਇਸ ਲਈ ਪ੍ਰਾਣ ਜਾਂਦੇ ਚਲੇ ਜਾਣ ਪਰ ਵਿਸ਼ਵਾਸ ਨਾ ਜਾਵੇ। ਔਰ ਬੁੱਲੇ ਸ਼ਾਹ ਦੀ ਤਰ੍ਹਾਂ ਸਾਡੇ ਅੰਦਰ ਹੋਣਾ ਚਾਹੀਦਾ ਕਿ ਮੈਨੂੰ ਆਪਣੇ ਮਾਲਿਕ ਤੇ, ਆਪਣੇ ਮੁਰਸ਼ਦ ਤੇ, ਆਪਣੇ ਪ੍ਰਭੂ ਤੇ, ਆਪਣੇ ਰੱਬ ਤੇ ਪੂਰਾ, ਹੁਣ ਦੁਨੀਆ ਜੋ ਮਰਜ਼ੀ ਕਵੇ। ਬੁੱਲੇ ਸ਼ਾਹ ਨੂੰ ਕਿਹਾ ਸੀ ਨਾ, ਬੁੱਲੇ ਨੂੰ ਸਮਝਾਉਣ ਆਈਆਂ ਭੈਣਾਂ ਤੇ ਭਰਜਾਈਆਂ। ਦੇਖੋ ਬੁੱਲੇ ਸ਼ਾਹ ਨੇ ਆਪਣੇ ਕਲਾਮ 'ਚ ਲਿਖਿਆ ਹੈ, ਇੱਥੇ ਅਸੀਂ ਸਿਰਫ 4 ਲਾਈਨਾਂ ਦੱਸਣੀਆਂ ਹੈ, ਤੁਸੀਂ ਬਾਕੀ ਪੂਰਾ ਕਲਾਮ ਆਪ ਹੀ ਪੜ੍ਹ ਲਿਓ, ਕਿਉਂਕਿ ਬੁੱਲੇ ਸ਼ਾਹ ਦੀਆਂ ਕਾਫੀਆਂ 'ਚ ਪੂਰਾ ਕਲਾਮ ਆਉਂਦਾ ਹੈ ਕਿ ਬੁੱਲੇ ਨੂੰ ਸਮਝਾਉਣ ਆਈਆਂ ਭੈਣਾਂ ਤੇ ਭਰਜਾਈਆਂ, ਮੰਨ ਲੈ ਬੁੱਲਿਆ ਸਾਡਾ ਕਹਿਣਾ, ਛੱਡ ਦੇ ਪੱਲਾ ਰਾਈਆਂ। ਕਿਉਂਕਿ ਰਾਈ ਕਿਹਨੂੰ ਕਿਹਾ ਜਾਂਦਾ ਹੈ? ਸ਼ਾਹ ਇਨਾਇਤ ਕਾਦਰੀ ਨੂੰ। ਸਮਝਦੇ ਹੋ ਕਿ ਨਹੀਂ? ਕਿਉਂਕਿ ਉਹਨਾਂ ਦੀ ਜਾਤੀ ਰਾਈ ਸੀ। ਉਹ ਕਹਿੰਦੇ ਇਹ ਰਾਈ ਨੂੰ ਛੱਡ ਦੇ, ਸਾਡਾ ਕਹਿਣਾ ਮੰਨ ਲੈ ਬੁੱਲਿਆ, ਤੈਨੂੰ ਸਮਝਾਉਣ ਆਏ, ਤੂੰ ਬਹੁਤ ਉੱਚੀ ਜਾਤੀ ਦਾ ਸੈਯਦ ਹੈ, ਔਰ ਇਹ ਸੈਯਦ ਹੋ ਕੇ ਇੱਕ ਰਾਈ ਦੇ ਕਦਮ ਹੀ ਲੱਗ ਗਿਆ, ਇੱਕ ਰਾਈ ਦੇ ਕਦਮਾਂ 'ਚ ਸਿਰ ਝੁਕਾ ਰਿਹਾ ਹੈ। ਇਹ ਸਾਡੇ ਕੁਲ ਨੂੰ, ਸਾਡੇ ਖਾਨਦਾਨ ਨੂੰ ਧੱਬਾ ਨਾ ਲਾ, ਦਾਗ ਨਾ ਲਾ। ਕਈ ਵਾਰ ਤੁਸੀਂ ਵੀ ਦੇਖੋਗੇ ਕਿ ਜਦੋਂ ਤੁਸੀਂ ਕਿਸੇ ਫਕੀਰ ਗੁਰੂ ਰਹਿਬਰ ਨਾਲ ਜੁੜਦੇ ਨਾ, ਤਾਂ ਜਿਹੜੇ ਨਾਲ ਦੇ ਹੋਰ ਹੁੰਦੇ, ਉਹ ਲੈ ਕਿੱਥੇ ਜਾਣ ਲੱਗ ਪਿਆ ਤੂੰ, ਆ ਕਿੱਥੇ ਜਾਣ ਲੱਗ ਪਿਆ? ਕੋਈ ਕਹਿੰਦਾ ਮੁਸਲਮਾਨਾਂ ਦੇ ਜਾਣ ਲੱਗ ਪਿਆ, ਕੋਈ ਕਹਿੰਦਾ ਕਿਤੇ ਜਾਣ ਲੱਗ ਪਿਆ। ਉਹ ਕੀ ਹੈ? ਬੰਦਾ ਇਹ ਨਹੀਂ ਦੇਖਦਾ ਕਿ ਕਿੱਥੇ ਮੈਨੂੰ ਆਨੰਦ, ਕਿੱਥੇ ਸ਼ਾਂਤੀ, ਕਿੱਥੇ ਸਕੂਨ ਮਿਲਦਾ ਹੈ। ਕਿਉਂਕਿ ਜੀਵਨ ਦੇ ਵਿੱਚ ਜਾਤਾਂ ਪਾਤਾਂ ਨਹੀਂ ਗੁਰੂਆਂ ਰਹਿਬਰਾਂ ਦੀਆਂ ਹੁੰਦੀਆਂ, ਪਹਿਰਾਵਾ ਤਾਂ ਉਹਨਾਂ ਨੇ ਕੋਈ ਨਾ ਕੋਈ ਪਾਣਾ ਹੀ ਹੁੰਦਾ ਹੈ। ਬੋਲੋ ਸਮਝਦੇ ਹੋ ਕਿ ਨਹੀਂ? ਪਰ ਜਿਹੜਾ ਵੀ ਸਾਡਾ ਸਤਸੰਗ ਸੁਣਨ ਵਾਲਾ ਹੈ, ਜਿਹਨਾਂ ਵੀ ਕਦੀ ਇੱਕ ਵਾਰ ਵੀ ਸਾਡਾ ਸਤਸੰਗ ਸੁਣਿਆ, ਉਹਨੂੰ ਪਤਾ ਇੱਥੇ ਜਾਤ ਪਾਤ ਦਾ ਤਾਂ ਕੋਈ ਫਰਕ ਹੀ ਨਹੀਂ ਹੈ, ਭੇਦਭਾਵ ਹੀ ਨਹੀਂ ਹੈ, ਕੋਈ ਸਵਾਲ ਹੀ ਨਹੀਂ ਹੈ। ਇੱਥੇ ਤਾਂ ਹਰ ਜਾਤ ਧਰਮ ਤੋਂ ਬੜੀ ਉੱਚੀ ਗੱਲ ਕੀਤੀ ਜਾਂਦੀ ਹੈ। ਇੱਥੇ ਪ੍ਰੇਮ ਦੀ ਗੱਲ ਕੀਤੀ ਜਾਂਦੀ ਹੈ, ਵਿਸ਼ਵਾਸ ਦੀ ਗੱਲ ਕੀਤੀ ਜਾਂਦੀ ਹੈ। ਇੱਥੇ ਤੁਹਾਡੇ ਅੰਦਰ ਬੈਠੀਆਂ ਜੋ ਸ਼ਕਤੀਆਂ ਹੈ ਨਾ, ਉਹਨਾਂ ਨੂੰ ਜਗਾਉਣ ਦੀ ਗੱਲ ਕੀਤੀ ਜਾਂਦੀ ਹੈ। ਤੁਹਾਡੇ ਅੰਦਰ ਬੈਠਾ ਜੋ ਪ੍ਰਮਾਤਮਾ ਹੈ ਨਾ, ਉਹਨੂੰ ਮਿਲਾਉਣ ਦੀ ਗੱਲ ਕੀਤੀ ਜਾਂਦੀ ਹੈ। ਕਿੱਦਾਂ ਆਪਣੇ ਅੰਦਰ ਛੁਪੇ ਹੋਏ ਪ੍ਰਮਾਤਮਾ ਨੂੰ ਤੁਸੀਂ ਜਾਣ ਸਕਦੇ ਹੋ, ਕਿੱਦਾਂ ਉਹ ਆਨੰਦ ਨੂੰ ਪਾ ਸਕਦੇ ਹੋ। ਪਰ ਕਈ ਹੁੰਦੇ ਹੈ ਜਿਨ੍ਹਾਂ ਦੀ ਸਮਝ ਹੁੰਦੀ ਹੈ ਛੋਟੀ ਜਿਹੀ ਬੁੱਧੀ ਹੁੰਦੀ ਹੈ ਨਾ, ਉਹਨਾਂ ਦੀ ਉਹ ਇੱਕੋ ਜਗ੍ਹਾ ਫਸੀ ਹੁੰਦੀ ਹੈ। ਜਿੱਦਾਂ ਪੁਰਾਣੇ ਸਮੇਂ ਰਿਕਾਰਡ ਨਹੀਂ ਹੁੰਦੇ ਸੀ, ਉਹ ਐਵੇਂ ਘੁੰਮਦੇ ਸੀ ਤਾਂ ਸੂਈ ਰੱਖ ਦਿਓ। ਸੁਣਿਆ ਕਦੀ ਤੁਸੀਂ? ਅਸੀਂ ਸੁਣਿਆ ਬਚਪਨ 'ਚ। ਉਹ ਫਿਰ ਇੱਕ ਜਗ੍ਹਾ ਸੂਈ ਹੋ ਨਾ, ਟੈਂ ਟੈਂ ਟੈਂ, ਉੱਥੇ ਹੀ ਵੱਜੀ ਨਹੀਂ, ਟੈਂ ਟੈਂ ਹੋਈ ਜਾਣੀ, ਅੱਗੇ ਜਾਣਾ ਹੀ ਨਹੀਂ ਹੋਣਾ। ਉਹ ਸੂਈ ਨੂੰ ਹਿਲਾਉਣਾ ਪੈਂਦਾ, ਹਿਲਾ ਪਾਈਏ ਇਹਨੂੰ, ਤਾਂ ਕਿ ਗਾਣਾ ਤਾਂ ਪੂਰਾ ਚੱਲੇ। ਹੁਣ ਕਈਆਂ ਦੀ ਸੂਈ ਉੱਥੇ ਹੀ ਘਟ ਜਾਂਦੀ ਹੈ, ਮੈਂ ਉਹ ਭਾਈ ਮੈਂ ਕਰੇਗਾ ਤਾਂ ਗਲੇ ਛੁਰੀ ਫਿਰਨੀ ਹੈ ਤੇਰੇ। ਇਹ ਮੈਂ ਚੋਂ ਨਿਕਲ ਤਾਂ ਅੱਗੇ ਜਾ, ਇਹ ਮੈਂ ਤੋਂ ਤੂੰ ਵੱਲ ਆ, ਕਿ ਤੂੰ ਹੀ ਤੂੰ, ਹਰ ਜਗ੍ਹਾ ਤੂੰ ਹੀ ਤੂੰ। ਜੇ ਕੋਈ ਹਿੰਦੂਆਂ ਦਾ ਭੇਸ਼ ਹੈ, ਮੁਸਲਮਾਨਾਂ ਦਾ ਭੇਸ਼ ਹੈ, ਸਿੱਖਾਂ ਈਸਾਈਆਂ ਦਾ ਭੇਸ਼ ਹੈ, ਤਾਂ ਹਰ ਦੇ ਅੰਦਰ ਤੂੰ ਹੀ ਤੂੰ ਹੈ। ਇੱਥੇ ਮੈਂ ਵਾਲਾ ਤਾਂ ਸਵਾਲ ਹੀ ਹੈ ਨਹੀਂ। ਪਰ ਨਹੀਂ, ਕਈਆਂ ਦੀ ਸੂਈ ਪੁਰਾਣਾ ਰਿਕਾਰਡ ਹੈ, ਕੀ ਕਰੀਏ, ਪੁਰਾਣੇ ਰਿਕਾਰਡਾਂ ਦੀ ਸੂਈ ਜਲਦੀ ਫਸ ਜਾਂਦੀ ਹੈ, ਹੁੰਦੇ ਕਿ ਨਹੀਂ? ਪਰ ਅੱਜ ਕੱਲ੍ਹ ਦੇ ਨਵੇਂ ਜਿਹੜੇ ਹੈ ਨਾ, ਉਹ ਤਾਂ ਅੱਜ ਕੱਲ੍ਹ USB ਆ ਗਈ ਹੈ, ਸਭ ਕੁਝ ਡਾਊਨਲੋਡ ਹੁੰਦਾ ਉੱਥੇ। ਆਣ ਦਿਓ, ਇੱਧਰੋਂ ਵੀ ਗਿਆਨ ਆਣ ਦਿਓ, ਅੱਛੀ ਗੱਲ ਹੈ। ਕਿਉਂਕਿ ਜ਼ਿੰਦਗੀ ਰੱਬ ਨੇ ਦਿੱਤੀ ਤਾਂ ਅੱਛਾ ਡਾਊਨਲੋਡ ਕਰੀਏ। ਇਹ ਨਹੀਂ ਕਿ ਕੋਈ ਗਾਣਾ ਵੱਜੀ ਜਾਵੇ, ਇੱਕੋ ਰਿਕਾਰਡ ਵੱਜੀ ਜਾਵੇ ਸਾਡੇ ਜੀਵਨ 'ਚ, ਮੈਂ ਆਹੀ ਬਸ ਸਹੀ, ਆਹੀ ਸਹੀ, ਬਾਕੀ ਗਲਤ। ਪਰ ਜਿਹੜਾ ਸਮਝਦਾਰ ਹੋਏਗਾ, ਇਸ ਲਈ ਕਹਾਂਗੇ ਅੱਜ ਦੇ ਨੌਜਵਾਨ ਜਾਂ ਅੱਜ ਦੀ ਸੋਝੀ ਇਦਾਂ ਦੀ ਹੋ ਚੁੱਕੀ ਹੈ ਕਿ ਅੱਜ ਕਹਿੰਦੇ ਜੋ ਅੱਛਾ ਜਿੱਥੋਂ ਮਿਲਦਾ ਨਾ, ਉਹਨੂੰ ਗ੍ਰਹਿਣ ਕਰੀਏ। ਕਿਉਂਕਿ ਜ਼ਿੰਦਗੀ ਨੂੰ ਇੱਕ, ਜਿੱਦਾਂ ਹੀ ਕਹਿੰਦੇ ਨੇ, ਇੱਕ ਹੁੰਦਾ ਉਹ CD, ਉਹ ਚੋਹੀ ਵੱਜਣਾ ਜੋ ਇੱਕ ਵਾਰ ਰਿਕਾਰਡ ਹੋ ਗਿਆ। ਇੱਕ ਹੁੰਦੀ USB, ਉਹ 'ਚ ਜੋ ਚੰਗਾ ਡਾਊਨਲੋਡ ਕਰੀ ਜਾਓ, ਜੋ ਪੁਰਾਣਾ ਆ, ਜੋ ਕੰਮ ਦਾ ਨਹੀਂ ਹੈ ਡਿਲੀਟ ਕਰੀ ਜਾਓ। ਸਮਝਦੇ ਹੋ ਕਿ ਨਹੀਂ? ਇਦਾਂ ਹੀ ਬਹੁਤ ਕੁਝ ਤੁਹਾਡੇ ਅੰਦਰ ਡਾਊਨਲੋਡ ਹੋ ਚੁੱਕਾ ਹੈ। ਕਈ ਵਹਿਮ, ਕਈ ਭਰਮ, ਕਈ ਭੁਲੇਖੇ ਹੈ। ਹੁਣ ਜਿਹੜੇ ਉਹ ਚੀਜ਼ਾਂ ਹੈ ਜੋ ਬੇਕਾਰ ਦੀਆਂ ਹੈ, ਉਹਨਾਂ ਨੂੰ ਅਸੀਂ ਡਿਲੀਟ ਕਰਨਾ ਹੈ, ਔਰ ਜੋ ਸਾਨੂੰ ਸਹੀ ਗਿਆਨ ਮਿਲਦਾ ਹੈ ਨਾ, ਉਹਨੂੰ ਅਸੀਂ ਡਾਊਨਲੋਡ ਕਰਨਾ ਹੈ ਆਪਣੇ ਅੰਦਰ, ਤਾਂ ਕਿ ਸਾਡੀ ਜ਼ਿੰਦਗੀ 'ਚ ਸਦਾ ਖੁਸ਼ੀਆਂ, ਆਨੰਦ, ਸ਼ਾਂਤੀ ਵੱਧਦੀ ਚਲੀ ਜਾਵੇ। ਹੁਣ ਤੁਸੀਂ ਕੀ ਹੋ? CD, ਉਹ ਪੁਰਾਣੇ ਰਿਕਾਰਡ ਜਿਹੜੇ ਫਸ ਜਾਂਦੀ ਹੈ ਸੂਈ। ਵੈਸੇ ਪਤਾ ਕਿਹੜੀ ਸੂਈ ਦੀ ਗੱਲ ਕਰਦੇ? ਕਿਉਂਕਿ ਕਈਆਂ ਨੇ ਕਹਿਣਾ ਮਾਲਕ ਗੱਲ ਕਰਕੇ ਪਤਾ ਨਹੀਂ ਹੁੰਦਾ ਸੀ। ਇਦਾਂ ਨਾ, ਇਦਾਂ ਸੂਈ ਰੱਖ ਦਿਓ, ਉਹ ਘੁੰਮੀ ਜਾਣਾ, ਕਾਲਾ ਜਿਹਾ ਹੁੰਦਾ ਸੀ, ਇਦਾਂ ਘੁੰਮੀ ਜਾਣਾ, ਔਰ ਉੱਤੇ ਸੂਈ ਤਵੇ ਵਾਲੇ ਕੁਝ ਇਦਾਂ ਹੁੰਦਾ ਸੀ ਨਾ, ਸੂਈ ਰੱਖ ਦੇਣੀ ਤਾਂ ਸੂਈ ਮਾੜੀਏ ਫਸ ਗਈ ਨਾ, ਉੱਥੇ ਬਸ ਇੱਕੋ ਹੀ ਲਾਈਨ ਵਾਰ-ਵਾਰ ਰਿਪੀਟ। ਇਸੇ ਤਰ੍ਹਾਂ ਉਹ ਤਵੇ ਵਾਲੇ ਨਾ ਬਣੋ। ਸਮਝਦੇ ਹੋ ਕਿ ਨਹੀਂ? ਆਪਣੀ ਮਾਈਂਡ ਨੂੰ, ਆਪਣੀ ਬੁੱਧੀ ਨੂੰ ਖੋਲ ਕੇ ਰੱਖੋ
ਕਿ ਜੋ ਵੀ ਕੁਦਰਤ ਨੇ ਮੇਰੇ ਵਾਸਤੇ ਹਰ ਜਗ੍ਹਾ ਗਿਆਨ ਰੱਖਿਆ ਹੋਇਆ ਹੈ, ਜਿੱਥੋਂ ਵੀ ਮੈਨੂੰ ਅੱਛੀ ਗੱਲ ਮਿਲਦੀ ਹੈ ਮੈਂ ਉਹਨੂੰ ਗ੍ਰਹਿਣ ਕਰਨਾ ਹੈ, ਉਹਨੂੰ ਸਿੱਖਣਾ ਹੈ। ਔਰ ਦੁਨੀਆ ਜੋ ਮਰਜ਼ੀ ਕਵੇ, ਕਦੀ ਗੌਰ ਕਰਨਾ, ਦੁਨੀਆ ਇਹ ਤਾਂ ਕਹਿੰਦੀ ਹੈ ਉਹ ਭਾਈ ਤੂੰ ਕਿੱਥੇ ਜਾਣ ਲੱਗ ਪਿਆ, ਆ ਗੁਰੂਆਂ ਕੋ ਫਕੀਰਾਂ ਕੋ। ਹੁਣ ਉਹੀ ਬੰਦਾ ਠੇਕੇ ਜਾਂਦਾ, ਕਦੀ ਉਹ ਵੀ ਸਮਝਾਓ ਉਹ ਭਾਈ ਤੂੰ ਕੀ ਕਰਦਾ ਹੈ, ਠੇਕੇ ਕਿਉਂ ਜਾਂਦਾ ਹੈ? ਪਰ ਉਹ ਕਿਉਂ ਸਮਝਾਣਾ? ਕਿਉਂਕਿ ਉੱਥੇ ਆਪ ਵੀ ਜਾ ਰਹੇ ਹੈ, ਉੱਥੇ ਆਪ ਵੀ ਕਰ ਰਹੇ ਜੋ ਆਪ ਕਰਨਾ। ਹੁਣ ਪਤਾ ਹੈ ਕਿ ਗੁਰੂ ਦੇ ਕੋਲ ਚਲਾ ਗਿਆ, ਫਕੀਰਾਂ ਦੇ ਕਦਮਾਂ ਜੁੜ ਗਿਆ, ਤਾਂ ਭਾਈ ਜਿਹੜੀ ਇਹਦੇ ਘਰ ਆਇਆ ਸਾਡੀ ਸੇਵਾ ਹੁੰਦੀ ਉਹ ਤਾਂ ਹੋਣੀ ਨਹੀਂ ਫਿਰ, ਕਿਉਂਕਿ ਅਸਲੀ ਸੇਵਾ ਬੰਦਾ ਪਤਾ ਕਿਹਨੂੰ ਮੰਨਦਾ ਹੈ? ਸਮਝਣਾ ਜ਼ਰਾ, ਅਸਲੀ ਸੇਵਾ ਕਿਹੜੀ ਮੰਨਦਾ ਹੈ? ਆ ਬੋਤਲ ਰੱਖੀ ਹੋਈ ਇਹ ਹੈ ਸੇਵਾ। ਭਾਈ ਰਿਸ਼ਤੇਦਾਰਾਂ ਨਾਲ ਸੇਵਾ ਤਾਂ ਕੀਤੀ ਨਹੀਂ ਕੋਈ ਵੀ ਹੈ। ਸੇਵਾ ਦਾ ਮਤਲਬ ਕੀ ਹੈ? ਉਹ ਚੀਜ਼ ਪਿਲਾਓ ਜੋ ਜ਼ਿੰਦਗੀ ਨੂੰ ਖਤਮ ਕਰ ਦੇਵੇ। ਬੜੀ ਹੈਰਾਨੀ ਹੁੰਦੀ ਕਈ ਵਾਰ ਸਾਨੂੰ ਸੋਚ ਕੇ ਕਿ ਇਨਸਾਨ ਦੀ ਬੁੱਧੀ ਅੱਜ ਕੈਸੀ ਹੋ ਚੁੱਕੀ ਹੈ। ਜ਼ਰਾ ਸੋਚੋ, ਜੇ ਖੁਸ਼ੀ ਹੁੰਦੀ ਹੈ ਬੰਦੇ ਨੂੰ ਤਾਂ ਵੀ ਬੰਦਾ ਕਹਿੰਦਾ ਲੈ ਤਾਂ ਬਿਨਾਂ ਦਾਰੂ ਤੋਂ ਖਾਦੀ ਖੁਸ਼ੀ ਹੈ, ਅੱਜ ਖੁਸ਼ੀ ਦਾ ਦਿਨ ਨਾ ਲਿਆਓ ਦਾਰੂ। ਤਾਂ ਜਦੋਂ ਗਮ ਹੁੰਦਾ ਯਾਰ ਅੱਜ ਦਿਲ ਟੁੱਟ ਗਿਆ ਲਿਆਓ ਦਾਰੂ। ਸਮਝਦੇ ਹੋ ਕਿ ਨਹੀਂ? ਇੱਕ ਯਾਨੀ ਕਹਿ ਲਓ ਕਿ ਇੱਕ ਬੰਦਾ ਜੋ ਜਿਹਦੀ ਸੋਚ ਗਿਰ ਚੁੱਕੀ ਹੈ, ਉਹਨਾਂ ਨੂੰ ਹਰ ਜਗ੍ਹਾ ਉਹੀ ਚੀਜ਼ ਚਾਹੀਦੀ ਜੋ ਜੀਵਨ ਨੂੰ ਬਰਬਾਦ ਕਰਨ ਵਾਲੀ ਹੈ। ਪਰ ਜਿਹੜਾ ਗੁਰੂ ਦਾ ਆਸ਼ਿਕ ਹੈ ਉਹ ਕੀ ਕਹਿੰਦਾ ਹੈ? ਉਹ ਜਨਮ ਦੀ ਗੱਲ ਹੈ, ਖੁਸ਼ੀ ਦੀ ਗੱਲ ਹੈ, ਲਿਆਓ ਮੁਰਸ਼ਿਦ ਨੂੰ, ਚਲਿਏ ਮੁਰਸ਼ਿਦ ਦੇ ਕੋਲ। ਤਾਂ ਜੇ ਕੋਈ ਗਮ ਦੀ ਗੱਲ ਵੀ ਹੈ, ਕੋਈ ਆਪਣਾ ਚਲਾ ਵੀ ਗਿਆ ਤਾਂ ਚਲਿਏ ਮੁਰਸ਼ਿਦ ਕੋ, ਕਿਉਂਕਿ ਉਹਦੀਆਂ ਦੁਆਵਾਂ ਹੀ ਉਹਦੇ ਕੰਮ ਆਣੀਆਂ। ਕਿਉਂਕਿ ਜਿੱਥੇ ਇਨਸਾਨ ਦੀ ਸੁਰਤੀ ਲੱਗੀ ਹੁੰਦੀ ਨਾ, ਬੰਦਾ ਹਮੇਸ਼ਾ ਖੁਸ਼ੀ ਵਿੱਚ ਗਮੀ ਵਿੱਚ ਉਧਰ ਹੀ ਦੌੜਦਾ ਹੈ। ਸਮਝਦੇ ਹੋ ਕਿ ਨਹੀਂ? ਇਸ ਕਰਕੇ ਅਸੀਂ ਤੁਹਾਨੂੰ ਕਹਾਂਗੇ ਤੁਹਾਡੇ ਤੇ ਨਸ਼ਾ ਦੁਨੀਆ ਦਾ ਨਹੀਂ ਹੋਣਾ ਚਾਹੀਦਾ, ਤੁਹਾਡੇ ਤੇ ਨਸ਼ਾ ਮਾਲਿਕ ਦੇ ਪ੍ਰੇਮ ਦਾ ਹੋਣਾ ਚਾਹੀਦਾ, ਉਹਦੇ ਵਿਸ਼ਵਾਸ ਦਾ ਹੋਣਾ ਚਾਹੀਦਾ ਹੈ, ਕਿਉਂਕਿ ਇਹੀ ਤਾਂ ਖੁਸ਼ੀਆਂ ਦਾ ਸਰੋਤ ਹੈ। ਸਮਝਦੇ ਹੋ ਕਿ ਨਹੀਂ? ਇਸ ਲਈ ਕੋਈ ਕਵੇ ਵੀ ਨਾ, ਜਿੱਦਾਂ ਫਿਰ ਇਸ਼ਾਰਾ ਕਵਾਂਗੇ ਕਿ ਤੁਹਾਨੂੰ ਕਹਿ ਦੇਵੇ ਭਾਈ ਰੋਟੀ ਛੱਡ ਦੇ, ਪਾਣੀ ਪੀਣਾ ਛੱਡ ਦੇ, ਸਾਹ ਲੈਣਾ ਛੱਡ ਦੇ, ਤੁਸੀਂ ਛੱਡ ਦੋਗੇ? ਸਮਝਦੇ ਹੋ ਕਿ ਨਹੀਂ? ਹੁਣ ਕਈ ਵਾਰ ਦੇਖਿਆ ਨਾ, ਕਈ ਜਗ੍ਹਾ ਦੇਖਿਆ ਹੈ, ਸਾਡੇ ਕੋਲ ਤਾਂ ਬੇਨਤੀਆਂ ਆਉਂਦੀਆਂ ਰਹਿੰਦੀਆਂ ਹੈ ਕਿ ਮਾਲਕੋ ਮੇਰੀ ਘਰ ਵਾਲੀ ਕਹਿੰਦੀ ਰਿਸ਼ਤੇਦਾਰ ਛੱਡ ਦੇ, ਮਾਂ ਨੂੰ ਛੱਡ ਦੇ, ਜਾਂ ਘਰ ਵਾਲਾ ਕਹਿੰਦਾ ਫਲਾਣੇ ਨੂੰ ਛੱਡ ਦੇ, ਤੂੰ ਇਹਨੂੰ ਨਹੀਂ ਮਿਲਣਾ, ਤੂੰ ਉਹਨੂੰ ਨਹੀਂ ਮਿਲਣਾ। ਠੀਕ ਹੈ ਭਾਈ, ਇਦਾਂ ਆਉਂਦੀਆਂ ਰਹਿੰਦੀਆਂ ਕਿ ਨਹੀਂ? ਹੁਣ ਜ਼ਰਾ ਗੌਰ ਕਰਨਾ ਤਾਂ ਪੁੱਛੇ ਬੰਦਾ ਤੁਸੀਂ ਛੱਡ ਦਿੰਦੇ ਹੋ? ਛੱਡ ਦਿੰਦੇ ਹੋ? ਪਰ ਜੇ ਘਰ ਵਾਲਾ, ਜੇ ਘਰ ਵਾਲੀ ਮਾਲਕਾਂ ਦੇ ਨਹੀਂ ਜਾਣਾ, ਉਹ ਫਕੀਰਾਂ ਦੇ ਨਹੀਂ ਜਾਣਾ, ਉਹਦਾ ਫਿਰ ਘਰ ਵਾਲੇ ਨੂੰ ਖੁਸ਼ ਕਰ ਲੈਣਾ। ਉੱਥੇ ਫਿਰ ਮਾਂ ਬਾਪ ਇਹ ਸਮਝਿਆ ਕੀ ਹੈ? ਫਿਰ ਜੇ ਮਾਂ ਨਹੀਂ ਛੁੱਟਦੀ, ਪਿਤਾ ਨਹੀਂ ਛੁੱਟਦਾ, ਮੁਰਸ਼ਿਦ ਕਿਉਂ ਛੱਡ ਦੇਂਗੇ ਅਸੀਂ, ਜਿਹੜਾ ਖੁਸ਼ੀਆਂ ਦਾ ਸਰੋਤ ਹੈ। ਇਸ ਲਈ ਉੱਥੇ ਕਿਹਾ ਗਿਆ ਹੈ ਬੁੱਲੇ ਨੂੰ ਸਮਝਾਉਣ ਆਈਆਂ ਭੈਣਾਂ ਤੇ ਭਰਜਾਈਆਂ, ਮੰਨ ਲੈ ਬੁੱਲਿਆ ਸਾਡਾ ਕਹਿਣਾ, ਛੱਡ ਦੇ ਪੱਲਾ ਰਾਈਆਂ। ਉਹ ਰਾਈ ਦਾ ਪੱਲਾ ਛੱਡ ਦੇ, ਸਾਡਾ ਕਹਿਣਾ ਮੰਨ ਲੈ। ਤਾਂ ਬੁੱਲੇ ਸ਼ਾਹ ਨੇ ਕੀ ਜਵਾਬ ਦਿੱਤਾ? ਫਿਰ ਬੁੱਲੇ ਸ਼ਾਹ ਬੜਾ ਪਿਆਰਾ ਜਵਾਬ ਦਿੰਦੇ ਐ। ਬੁੱਲੇ ਸ਼ਾਹ ਕਹਿੰਦੇ ਐ ਕਿ ਬੁੱਲੇ ਨੂੰ ਸਮਝਾਉਣ ਆਈਆਂ ਭੈਣਾਂ ਤੇ ਭਰਜਾਈਆਂ, ਮੰਨ ਲੈ ਬੁੱਲਿਆ ਸਾਡਾ ਕਹਿਣਾ, ਛੱਡ ਦੇ ਪੱਲਾ ਰਾਈਆਂ। ਉਹ ਕਹਿੰਦੇ ਰਾਈ ਨੂੰ ਛੱਡ ਦੇ, ਸਾਡਾ ਕਹਿਣਾ ਮੰਨ ਲੈ, ਖਾਨਦਾਨ ਦੀ ਇੱਜ਼ਤ ਦੇਖ ਲੈ। ਤਾਂ ਬੁੱਲੇ ਸ਼ਾਹ ਕੀ ਜਵਾਬ ਦਿੰਦੇ ਐ? ਬੁੱਲੇ ਸ਼ਾਹ ਕਹਿੰਦੇ ਐ ਕਿ ਜਿਹੜਾ ਮੈਨੂੰ ਸੈਯਦ ਆਖੇ, ਕਿਉਂਕਿ ਤੁਹਾਨੂੰ ਦੱਸਿਆ ਪੂਰਾ ਕਲਾਮ ਤੁਸੀਂ ਪੜ੍ਹ ਲੈਣਾ, ਪਰ ਅਸੀਂ ਇੱਥੇ ਸ਼ਾਰਟ 'ਚ 4 ਲਾਈਨਾਂ ਦੱਸਣੀਆਂ ਹੈ ਕਿ ਜਿਹੜਾ ਮੈਨੂੰ ਸੈਯਦ ਆਖੇ ਦੋਜ਼ਖ ਮਿਲਣ ਸਜਾਈਆਂ, ਉਹ ਜਿਹੜਾ ਮੈਨੂੰ ਰਾਈ ਆਖੇ ਬਿਹਸ਼ਤੀ ਪਿੰਗਾ ਪਾਈਆਂ। ਬੁੱਲੇ ਸ਼ਾਹ ਕਹਿੰਦੇ ਮੈਂ ਮੁਰਸ਼ਿਦ ਨਹੀਂ ਛੱਡ ਸਕਦਾ। ਔਰ ਯਾਦ ਰੱਖੋ, ਜੇ ਤੁਸੀਂ ਮੈਨੂੰ ਸੈਯਦ ਕਿਹਾ ਨਾ ਤਾਂ ਤੁਸੀਂ ਨਰਕਾਂ 'ਚ ਸੜੋਗੇ ਸਾਰੇ। ਤਾਂ ਜੇ ਤੁਸੀਂ ਮੈਨੂੰ ਕਹੋਗੇ ਰਾਈ, ਕਿਉਂਕਿ ਮੈਂ ਰਾਈ ਦੇ ਚਰਨਾਂ ਨਾਲ ਮਿਲ ਕੇ, ਯਾਨੀ ਮੁਰਸ਼ਿਦ ਨਾਲ ਮਿਲ ਕੇ ਮੁਰਸ਼ਿਦ ਦਾ ਹੀ ਹੋ ਗਿਆ ਆ। ਹੁਣ ਮੈਨੂੰ ਰਾਈ ਕਹੋ, ਸੈਯਦ ਨਾ ਕਹੋ, ਕਿਉਂਕਿ ਜਿਹੜਾ ਮੈਨੂੰ ਕਹੇਗਾ ਇਹ ਮੁਰਸ਼ਿਦ ਦਾ ਹੈ, ਯਾਨੀ ਇਹ ਮੁਰਸ਼ਿਦ 'ਚ ਲੀਨ ਹੋ ਕੇ ਮੁਰਸ਼ਿਦ ਵਾਲਾ ਹੀ ਹੋ ਗਿਆ ਹੈ, ਉਹ ਸਵਰਗ 'ਚ ਝੂਟੇ ਲਏਗਾ। ਇਹ ਫਕੀਰਾਂ ਦੇ ਵਚਨ ਹੁੰਦੇ ਆ। ਇਹ ਤਾਂ ਬੁੱਲੇ ਸ਼ਾਹ ਵੀ ਕੀ ਕਹਿੰਦੇ, ਲੈ ਭੈਣਾਂ ਵੀ ਕਹਿ ਰਹੀਆਂ, ਭਰਜਾਈਆਂ ਵੀ ਕਹਿ ਰਹੀਆਂ ਹੈ। ਜੇ ਭਰਜਾਈਆਂ ਦੀ ਨਾ ਮੰਨੀ, ਭਰਾਵਾਂ ਦੀ ਨਾ ਮੰਨੀ, ਭੈਣਾਂ ਦੀ ਨਾ ਮੰਨੀ, ਮਾਤਾ ਪਿਤਾ ਦੀ ਨਾ ਮੰਨੀ, ਤਾਂ ਘਰੋਂ ਹੀ ਨਾ ਕੱਢ ਦੇਣ ਕਿਤੇ ਮੈਨੂੰ। ਸਮਝਦੇ ਹੋ ਕਿ ਨਹੀਂ? ਪਰ ਬੁੱਲੇ ਸ਼ਾਹ ਜਵਾਬ ਕੀ ਦੇ ਰਹੇ? ਕਹਿੰਦੇ ਖਬਰਦਾਰ। ਬਾਕੀ ਤੁਹਾਨੂੰ ਦੱਸਾਂ ਪੂਰਾ ਕਲਾਮ ਤੁਸੀਂ ਪੜ੍ਹ ਲੈਣਾ ਹੈ ਕਿ ਬੁੱਲੇ ਸ਼ਾਹ ਕਹਿੰਦੇ ਖਬਰਦਾਰ, ਮੈਨੂੰ ਸੈਯਦ ਨਾ ਕਿਉਂ ਕੋਈ ਵੀ, ਕਿਉਂਕਿ ਹੁਣ ਮੈਂ ਸੈਯਦ ਹੈ ਹੀ ਨਹੀਂ। ਜਿਹਦਾ ਕਹਿੰਦੇ ਗੰਗਾ ਉਦੋਂ ਤੱਕ ਹੀ ਗੰਗਾ ਜਦ ਤੱਕ ਆਪਣੀਆਂ ਹੱਦਾਂ ਅੰਦਰ ਹੈ। ਜਦੋਂ ਹੱਦਾਂ ਚੋਂ ਟੱਪ ਕੇ ਸਮੁੰਦਰ ਅੰਦਰ ਲੀਨ ਹੋ ਜਾਂਦੀ ਤਾਂ ਸਮੁੰਦਰ ਨੂੰ ਕੋਈ ਗੰਗਾ ਨਹੀਂ ਕਹਿੰਦਾ, ਫਿਰ ਸਾਰੇ ਉਹਨੂੰ ਸਮੁੰਦਰ ਹੀ ਕਹਿੰਦੇ ਆ। ਕਿ ਠੀਕ ਹੈ, ਜਦੋਂ ਤੱਕ ਮੈਂ ਆਪਣੀ ਹੋਂਦ ਅੰਦਰ ਸੀ ਮੈਂ ਸੈਯਦ ਸੀ, ਪਰ ਹੁਣ ਮੈਂ ਰਾਈ ਅੰਦਰ ਲੀਨ ਹੋ ਗਿਆ ਤਾਂ ਹੁਣ ਮੈਂ ਵੀ ਰਾਈ ਹੋ ਗਿਆ। ਕਿਉਂਕਿ ਨਦੀ ਦਾ ਨਾਮ ਕੋਈ ਵੀ ਹੋਵੇ, ਗੰਗਾ ਯਮੁਨਾ ਸਰਸਵਤੀ ਕੋਈ ਵੀ ਹੋਵੇ, ਪਰ ਜਦੋਂ ਸਮੁੰਦਰ 'ਚ ਚਲੀ ਜਾਂਦੀ ਹੈ ਤਾਂ ਫਿਰ ਉਹ ਕੋਈ ਨਦੀ ਨਹੀਂ ਰਹਿ ਜਾਂਦੀ, ਫਿਰ ਸਾਰੇ ਉਹਨੂੰ ਸਮੁੰਦਰ ਹੀ ਕਹਿੰਦੇ ਆ। ਕਦੀ ਸਮੁੰਦਰ ਨੂੰ ਦੇਖ ਕੇ ਤੁਸੀਂ ਕਹਿੰਦੇ ਹੋ ਆਹ ਗੰਗਾ ਹੈ, ਆਹ ਯਮੁਨਾ ਹੈ, ਸਰਸਵਤੀ ਨਹੀਂ ਕਹਿੰਦੇ, ਦੇਖੋ ਸਮੁੰਦਰ।
ਹਾਲਾਂਕਿ ਨਦੀਆਂ ਉੱਚੀ ਆ ਕੇ ਮਿਲਦੀਆਂ ਹੈ। ਇਸ ਲਈ ਹੁਣ ਸਮਝ ਲਓ, ਕਹਿੰਦੇ ਨਾ ਜਿੱਥੇ ਤ੍ਰਿਵੈਣੀ ਹੈ ਉੱਥੇ ਗੰਗਾ ਵੀ ਆਂਦੀ, ਜਮਨਾ ਵੀ ਆਂਦੀ ਹੈ, ਇਕੱਠੀਆਂ ਮਿਲਦੀਆਂ ਹੈ ਤਾਂ ਸਰਸਵਤੀ ਬਣ ਕੇ ਫਿਰ ਅੱਗੇ ਲੀਨ ਹੋ ਜਾਂਦੀ ਹੈ ਸਾਗਰ ਅੰਦਰ। ਹੁਣ ਇੱਥੇ ਬੰਦਾ ਕਹਿੰਦਾ ਉਹ ਗੰਗਾ, ਉਹ ਯਮੁਨਾ, ਆ ਦੋਨੀ ਧਾਰਾ ਮਿਲ ਗਈ ਸਰਸਵਤੀ, ਪਰ ਉਹ ਦੇਖ ਸਮੁੰਦਰ। ਉੱਥੇ ਹੀ ਖੜਾ ਹੀ ਬੰਦਾ ਤਿੰਨ ਚੀਜ਼ਾਂ ਦੇਖ ਲੈਂਦਾ ਹੈ, ਗੰਗਾ ਵੀ, ਯਮੁਨਾ ਵੀ, ਸਰਸਵਤੀ ਵੀ ਔਰ ਸਾਗਰ ਨੂੰ ਵੀ। ਪਰ ਜਦੋਂ ਸਾਗਰ ਵੱਲ ਧਿਆਨ ਜਾਂਦਾ ਨਾ, ਉਸ ਵੇਲੇ ਨਾ ਗੰਗਾ, ਨਾ ਯਮੁਨਾ, ਨਾ ਸਰਸਵਤੀ, ਉਸ ਵੇਲੇ ਸਾਗਰ ਹੀ ਹੈ। ਇਸ ਲਈ ਜਦ ਤੱਕ ਤੁਸੀਂ ਇਕੱਲੇ ਇਕੱਲੇ ਬੈਠੇ ਹੋ ਉਦੋਂ ਤੱਕ ਮੈਂ ਇਹ ਆ, ਮੈਂ ਬੋ ਆ। ਪਰ ਜਦੋਂ ਹੀ ਸਾਡਾ ਮੇਲ ਮੁਰਸ਼ਦ ਨਾਲ ਜਾਂ ਪਰਮਾਤਮਾ ਨਾਲ ਹੋ ਜਾਂਦਾ, ਉਦੋਂ ਵੇ ਸਾਗਰ ਚ ਲੀਨ ਹੋ ਜਾਂਦੇ ਆਪਣੀ ਹੋਂਦ ਹੀ। ਯਾਨੀ ਫਿਰ ਉਹ ਝਗੜੇ ਹੀ ਖਤਮ ਹੋ ਗਏ, ਜਾਤਾਂ ਪਾਤਾਂ ਦੇ, ਊਚ ਨੀਚ ਦੇ ਭੇਦਭਾਵ ਹੀ ਮੁੱਕ ਗਏ। ਇਸ ਲਈ ਜਿਹੜਾ ਭੇਦਾਂ ਭਾਵਾਂ ਚ ਫਸਿਆ, ਇਹਦਾ ਮਤਲਬ ਹਾਲੇ ਹੱਦ ਅੰਦਰ ਹੈ, ਹਾਲੇ ਸਾਗਰ ਤੱਕ, ਪਰਮਾਤਮਾ ਤੱਕ ਤਾਂ ਇਹ ਪਹੁੰਚਿਆ ਨਹੀਂ ਹੈ। ਕਿਉਂਕਿ ਜਿਹੜਾ ਪਰਮਾਤਮਾ ਤੱਕ ਪਹੁੰਚ ਗਿਆ ਨਾ, ਉੱਥੇ ਫਿਰ ਜਾਤਾਂ ਪਾਤਾਂ ਹੀ ਖਤਮ ਹੈ। ਇਸ ਲਈ ਕਈ ਜਗ੍ਹਾ ਤਾਂ ਸਮਾਗਮ ਵੀ ਹੁੰਦੇ ਆ, ਦੇਖਿਆ ਹੈਰਾਨੀ ਹੁੰਦੀ ਹੈ ਸਾਨੂੰ, ਆ ਕਿਹਨਾਂ ਦਾ ਸਮਾਗਮ ਹੋ ਰਿਹਾ ਹੈ, ਇਹ ਫਲਾਨੀ ਜਾਤ ਵਾਲਿਆਂ ਦਾ ਸਮਾਗਮ ਹੋ ਰਿਹਾ ਹੈ। ਉਹ ਕਮਾਲ ਦੀ ਗੱਲ ਹੈ, ਸੰਤਾਂ ਦੇ ਸਮਾਗਮ ਵੀ ਜਾਤਾਂ ਨਾਲ ਜੁੜੇ ਹੋਏ ਆ। ਹੁਣ ਨਾਮ ਨਹੀਂ ਲੈਣਾ ਚਾਹੁੰਦੇ ਅਸੀਂ, ਪਰ ਜਿਹੜੇ ਸਮਝਦਾਰ ਆ ਸਮਝ ਹੀ ਜਾਣਾ ਉਹਨਾਂ ਨੇ, ਕਿ ਉਹ ਸਮਾਗਮਾਂ ਨੂੰ ਵੀ ਜਾਤਾਂ ਧਰਮਾਂ ਨਾਲ ਜੋੜ ਦਿੰਦੇ ਆ। ਉਹ ਇਹ ਨਦੀ ਹੈ, ਪਰਮਾਤਮਾ ਸਾਗਰ ਹੈ, ਸਾਨੂੰ ਉਹਦੇ ਚ ਲੀਨ ਹੋ ਕੇ ਇੱਕ ਹੋਣਾ ਚਾਹੀਦਾ ਹੈ, ਨਾ ਕਿ ਸਾਨੂੰ ਇਹ ਮਨੁੱਖਤਾ ਨੂੰ, ਇਨਸਾਨੀਅਤ ਨੂੰ ਹੀ ਵੰਡ ਕੇ ਰੱਖ ਦੇਣਾ ਚਾਹੀਦਾ ਹੈ। ਤੁਸੀਂ ਆਹ ਹੋ ਉੱਥੇ ਨਹੀਂ ਜਾਣਾ, ਤੁਸੀਂ ਆਹ ਹੋ ਉਹਨੂੰ ਨਹੀਂ ਮਿਲਣਾ, ਤੁਸੀਂ ਆਹ ਹੋ ਉਹਦੇ ਘਰ ਦਾ ਪਾਣੀ ਨਹੀਂ ਪੀਣਾ। ਇਹ ਕੀ ਕਰ ਰਹੇ ਹਾਂ ਅਸੀਂ? ਮਨੁੱਖਤਾ ਦੇ ਟੁਕੜੇ ਕਰ ਰਹੇ ਹਾਂ। ਪਰਮਾਤਮਾ ਖੁਸ਼ ਹੁੰਦਾ ਹੋਏਗਾ ਕਿ ਮੇਰੇ ਇਨਸਾਨਾਂ ਨੂੰ ਇੱਕ ਦੂਜੇ ਨਾਲੋਂ ਤੋੜੀ ਜਾ ਰਹੇ, ਵੰਡੀ ਜਾ ਰਹੇ? ਕਿਹੜੇ ਧਰਮ ਦੇ ਠੇਕੇਦਾਰ ਆ ਗਏ ਜਿਹੜੇ ਮੇਰੇ ਇਨਸਾਨਾਂ ਨੂੰ, ਮੇਰੇ ਬਣਾਏ ਹੋਏ ਇਨਸਾਨਾਂ ਨੂੰ ਆਪਸ ਵਿੱਚ ਵੰਡੀ ਜਾਂਦੇ ਆ? ਸੋ ਅਸੀਂ ਵੰਡਣਾ ਨਹੀਂ ਹੈ, ਅਸੀਂ ਸਾਰੀ ਮਖਲੂਕਾਤ ਨੂੰ, ਸਾਰੀ ਖਲਕਤ ਨੂੰ, ਸਾਰੀ ਦੁਨੀਆ ਨੂੰ ਜੋੜਨਾ ਹੈ, ਕਿਉਂਕਿ ਇਹੀ ਤਾਂ ਪਰਮਾਤਮਾ ਦਾ ਕਰਮ ਹੈ। ਸਮਝ ਆ ਰਹੀ ਕਿ ਨਹੀਂ? ਇਸ ਲਈ ਤੁਸੀਂ ਵੀ ਇਹੀ ਗੱਲ ਕਹਿਣੀ ਸ਼ੁਰੂ ਕਰੋ ਅੱਜ ਤੋਂ, ਕਿ ਜਿਹੜਾ ਸਾਨੂੰ, ਜੋ ਵੀ ਹੋ ਤੁਸੀਂ, ਉਹ ਆਖੇ ਦੋਜ਼ਖ ਮਿਲਣ ਸਜਾਈਆਂ, ਤਾਂ ਹੁਣ ਅੱਗੇ ਤੁਸੀਂ ਜੋ ਕਹਿਣਾ ਕਹਿ ਦਿਓ ਫਿਰ, ਕਿਉਂਕਿ ਤੁਹਾਡੇ ਪਿਆਰ ਦੀ ਗੱਲ ਹੈ, ਤੁਹਾਡੀ ਮੁਹੱਬਤ ਦੀ ਗੱਲ ਹੈ। ਪਰ ਅਸੀਂ ਦੱਸਣਾ ਕੀ ਚਾਹੁੰਦੇ ਹਾਂ ਕਿ ਪ੍ਰਾਣਾਂ ਨਾਲੋਂ ਵੀ ਜ਼ਿਆਦਾ ਆਪਣੇ ਵਿਸ਼ਵਾਸ ਦੀ ਰੱਖਿਆ ਕਰੋ। ਮੈਨੂੰ ਆਪਣੇ ਪ੍ਰਭੂ ਤੇ ਵਿਸ਼ਵਾਸ ਹੈ ਨਾ, ਤਾਂ ਪੂਰੀ ਦੁਨੀਆ ਵੀ ਕਵੇ ਮੈਂ ਪ੍ਰਾਣ ਦੇ ਸਕਦਾ ਹਾਂ, ਕਿਉਂਕਿ ਮੇਰੇ ਵਾਸਤੇ ਪ੍ਰਾਣਾਂ ਨਾਲੋਂ ਜ਼ਿਆਦਾ ਮੇਰੇ ਮਾਲਿਕ ਦਾ ਵਿਸ਼ਵਾਸ ਕੀਮਤੀ ਹੈ, ਜਿਹੜਾ ਖੁਸ਼ੀਆਂ ਦਾ ਸਰੋਤ ਹੈ, ਆਨੰਦ ਦਾ ਸਰੋਤ ਹੈ। ਇਹਨੂੰ ਨਹੀਂ ਮੈਂ ਗਵਾਉਣਾ, ਕਿਉਂਕਿ ਜੇ ਆਨੰਦ ਹੀ ਨਹੀਂ ਤਾਂ ਫਿਰ ਜ਼ਿੰਦਗੀ ਵੀ ਕਾਹਦੀ ਜ਼ਿੰਦਗੀ, ਫਿਰ ਤਾਂ ਪ੍ਰਾਣ ਵੀ ਕਾਹਦੇ ਪ੍ਰਾਣ, ਉਹ ਕਾਹਦੀ ਜ਼ਿੰਦਗੀ ਜਿਹ 'ਚ ਆਨੰਦ ਹੀ ਨਾ ਹੋਵੇ। ਤਾਂ ਜ਼ਿੰਦਗੀ ਉਹ ਜਿਹ 'ਚ ਆਨੰਦ ਹੈ। ਚਾਹੇ ਹੁਣ ਕਦੀ ਸੋਚ ਕੇ ਦੇਖੋ ਕਿ ਕੋਈ ਤੁਹਾਡੇ ਮੂਹਰੇ ਸ਼ਰਤ ਰੱਖੇ, ਇੱਕ ਪਾਸੇ 100 ਸਾਲ ਦੀ ਜ਼ਿੰਦਗੀ ਹੈ ਪਰ ਦੁੱਖਾਂ ਨਾਲ ਭਰੀ ਹੋਈ, ਇੱਕ ਪਾਸੇ 4 ਦਿਨ ਦੀ ਜ਼ਿੰਦਗੀ ਹੈ ਪਰ ਆਨੰਦ ਨਾਲ ਭਰੀ ਹੋਈ। ਜਿਹੜਾ ਸਮਝਦਾਰ ਬੰਦਾ ਹੋਏਗਾ ਨਾ, ਉਹ ਕਹੇਗਾ 4 ਦਿਨ ਦੀ ਜ਼ਿੰਦਗੀ ਚੰਗੀ ਪਾਈ, ਕਿਉਂਕਿ ਜੀਵਨ ਥੋੜਾ ਹੀ ਭਲਾ ਜੋ ਸਤ ਸਿਮਰਨ ਹੋਏ, ਲੱਖ ਬਰਸ ਕਾ ਜੀਵਨ ਲੇਖੇ ਧਰੇ ਨਾ। ਉਹ ਕਹਿੰਦੇ ਲੱਖਾਂ ਸਾਲ ਦੀ ਆਯੂ ਨੂੰ ਵੀ ਕੀ ਕਰਨਾ, ਇਹ 'ਚ ਆਨੰਦ ਸ਼ਾਂਤੀ ਮੇਰਾ ਮਾਲਕ ਹੀ ਨਾ ਹੋਵੇ। ਤਾਂ 4 ਦਿਨ ਦੀ ਜ਼ਿੰਦਗੀ ਵੀ ਚੰਗੀ ਹੈ, ਜਿਹੜੀ ਆਨੰਦ ਨਾਲ ਭਰਪੂਰ ਹੋਵੇ। ਸਮਝਦੇ ਹੋ ਕਿ ਨਹੀਂ? ਇੱਕ ਮੋਮਬੱਤੀ ਨੂੰ ਅਲਮਾਰੀ 'ਚ ਬੰਦ ਕਰ ਦਿਓ, 100 ਸਾਲ ਵੀ ਪਈ ਰਵੇ ਤਾਂ ਕਾਹਦੀ ਕੰਮ ਦੀ, ਪਰ ਇੱਕ ਮੋਮਬੱਤੀ ਨੂੰ ਜਗਾ ਦਿਓ, ਪੂਰੀ ਰਾਤ ਪ੍ਰਕਾਸ਼ ਦਿੰਦੀ ਹੈ, ਪਰ ਸਵੇਰ ਤੱਕ ਖੁਦ ਖਤਮ ਹੋ ਜਾਂਦੀ ਹੈ। ਅਸੀਂ ਕਹਿੰਦੇ ਉਹ ਮੋਮਬੱਤੀ ਸਫਲ ਹੋ ਗਈ, ਕਿਉਂਕਿ ਉਹਨੇ ਆਪਣਾ ਮਕਸਦ ਪੂਰਾ ਕਰ ਲਿਆ, ਕਿਸੇ ਨੂੰ ਪ੍ਰਕਾਸ਼ ਦੇ ਦਿੱਤਾ। ਇਹੀ ਤਾਂ ਜ਼ਿੰਦਗੀ ਹੈ। ਇੱਕ ਗੁਲਾਬ ਇੱਕ ਦਿਨ ਵਾਸਤੇ ਖਿਲ ਕੇ ਹੀ ਦੁਨੀਆ ਨੂੰ ਖੂਬਸੂਰਤ ਬਣਾ ਦਿੰਦਾ ਹੈ, ਪਰ ਬੰਦਾ 100 ਸਾਲ ਜੀ ਕੇ ਵੀ ਦੁਨੀਆ ਨੂੰ ਖੂਬਸੂਰਤ ਬਣਾਉਣ ਦੀ ਬਜਾਏ ਉਲਟਾ ਆਪਣੀ ਕਰਮ ਦੇ ਨਾਲ, ਆਪਣੀ ਕਰਨੀ ਦੇ ਨਾਲ ਦੁਨੀਆ ਨੂੰ ਬਦਸੂਰਤ ਜਾਂ ਦੁੱਖਾਂ ਨਾਲ ਭਰਦਾ ਚਲਾ ਜਾਂਦਾ ਹੈ, ਬੁਰਾਈਆਂ ਨਾਲ ਭਰਦਾ ਚਲਾ ਜਾਂਦਾ, ਨਫ਼ਰਤ ਨਾਲ ਭਰਦਾ ਚਲਾ ਜਾਂਦਾ ਹੈ। ਫਿਰ ਉਦਾਂ ਦੇ 100 ਸਾਲ ਦੀ ਜ਼ਿੰਦਗੀ ਨਾਲੋਂ ਗੁਲਾਬ ਦੀ ਇੱਕ ਦਿਨ ਦੀ ਜ਼ਿੰਦਗੀ ਚੰਗੀ ਨਹੀਂ ਹੈ, ਕਿ ਚਾਹੇ ਇੱਕ ਦਿਨ ਨਹੀਂ ਜੀਆ ਪਰ ਖਿਲ ਕੇ ਜੀਆ, ਆਪਣੀ ਮਹਿਕ, ਆਪਣੀ ਰੰਗਤ ਦੇ ਨਾਲ ਉਹਨੇ ਵਾਤਾਵਰਨ ਨੂੰ ਖੂਬਸੂਰਤ ਬਣਾ ਦਿੱਤਾ। ਜ਼ਿੰਦਗੀ ਥੋੜੀ ਹੋਵੇ ਪਰ ਵਿਸ਼ਵਾਸ ਨਾਲ ਭਰੀ ਹੋਈ ਹੋਵੇ, ਆਨੰਦ ਨਾਲ ਭਰੀ ਹੋਈ ਹੋਵੇ, ਖੁਸ਼ੀ ਨਾਲ ਭਰੀ ਹੋਈ ਹੋਵੇ, ਤਾਂ ਜ਼ਿੰਦਗੀ ਜ਼ਿੰਦਗੀ ਹੈ। ਕਿਉਂਕਿ ਮਰਨਾ ਤਾਂ ਇੱਕ ਦਿਨ ਸਾਰਿਆਂ ਨਹੀਂ ਹੈ, ਪਰ ਜ਼ਿੰਦਗੀ ਨੂੰ ਐਸਾ ਬਣਾਓ। ਇਸ ਲਈ ਅਸੀਂ ਕਈ ਵਾਰ ਦੱਸੀਦਾ ਕਿ ਜੀਵਨ ਲੰਬਾ ਨਹੀਂ, ਜੀਵਨ ਅੱਛਾ ਹੋਣਾ ਚਾਹੀਦਾ ਹੈ, ਮਹਾਨ ਹੋਣਾ ਚਾਹੀਦਾ ਹੈ, ਅੱਛਾਈ ਨਾਲ ਭਰਿਆ ਹੋਣਾ ਚਾਹੀਦਾ ਹੈ, ਬੇਸ਼ੱਕ ਛੋਟਾ ਹੋਵੇ। ਸਮਝਦੇ ਹੋ ਕਿ ਨਹੀਂ? ਅੱਜ ਬੰਦਾ ਲੰਬੇ ਜੀਵਨ ਵਾਸਤੇ ਸਭ ਕੁਝ ਕਰਦਾ ਹੈ, ਪਰ ਅੱਛਾ ਬਣਨ ਵਾਸਤੇ, ਅੱਛੇ ਜੀਵਨ ਵਾਸਤੇ ਕੀ ਕਰਦੇ ਹਾਂ ਅਸੀਂ? ਔਰ ਇਹ ਯਾਦ ਰੱਖੋ, ਅੱਛਾਈ, ਆਨੰਦ, ਖੁਸ਼ੀ, ਸਾਡਾ ਵਿਸ਼ਵਾਸ ਹੀ ਸਾਨੂੰ ਉੱਥੇ ਤੱਕ ਲੈ ਕੇ ਜਾਂਦਾ ਹੈ। ਇਸ ਲਈ ਸਮਝਾਉਣ ਨੂੰ ਤਾਂ ਬਹੁਤ ਕੁਛ ਹੈ, ਪਰ ਹੁਣ ਸਮਾਂ ਕਾਫੀ ਹੋ ਗਿਆ ਹੈ। ਇਸ ਲਈ ਸਤਸੰਗ ਨੂੰ ਅੰਤਿਮ ਬਚਨਾਂ ਦੀ ਤਰਫ ਲੈ ਕੇ ਜਾਵਾਂਗੇ। ਪਹਿਲਾਂ ਇਹ ਦੱਸੋ, ਜੋ ਸਮਝਾਇਆ ਸਮਝ ਵੀ ਆਇਆ ਕਿ ਨਹੀਂ? ਫਿਰ ਹੱਸ ਕੇ ਦਿਖਾਓ ਜ਼ਰਾ, ਫਿਰ ਸੀਰੀਅਸ ਕਿਉਂ ਹੋ ਰਹੇ ਹੋ? ਫਿਰ ਤਾਂ ਖੁਸ਼ੀ ਨਾਲ, ਵਾਹ, ਫਿਰ ਤਾਂ ਏਦਾਂ ਬੈਠੋ, ਕਿੰਨਾ ਵਧੀਆ ਹੋ ਮਿਲ ਰਿਹਾ ਸੁਣਨ ਨੂੰ, ਜ਼ਿੰਦਗੀ
ਵਾਹ ਮਜ਼ਾ ਆ ਗਿਆ। ਆਹ ਪਰ ਤੁਹਾਡਾ ਸੁਣਨ ਦਾ ਆਨੰਦ ਦੀ ਗੱਲ ਸੁਣ ਰਹੇ ਸੀਰੀਅਸ ਹੋ ਗਏ। ਸੱਚੀ ਗੱਲ ਆ, ਕੋਈ ਇਦਾਂ ਦੀ ਆਨੰਦ ਦੀ ਗੱਲ ਕਰਦਾ ਨਾ ਸਾਨੂੰ ਬੈਠਣ ਦਾ ਮੌਕਾ ਮਿਲੇ ਕਿ ਵਾਹ ਹਰ ਗੱਲ ਤੇ ਸੀ ਇਹ। ਏਦਾਂ ਪਤਾ ਲੱਗਦਾ ਆਨੰਦ ਫੀਲ ਹੋ ਰਿਹਾ ਹੈ। ਇਹ ਮਜ਼ਾਕ ਨਹੀਂ ਕਰ ਰਹੇ, ਕਦੀ ਰੋਟੀ ਵੀ ਖਾਂਦੇ ਆ ਨਾ, ਇਹ ਰੋਟੀ ਪਹਿਲੀ ਮੁਰਗੀ ਖਾਂਦੇ ਆ ਪਰ ਤੁਸੀਂ ਰੋਟੀ ਵੀ ਜਦ ਫਾਹਾ ਵੱਢਣ ਦੀ ਕੋਸ਼ਿਸ਼ ਕਰਦੇ ਹੋ, ਆਨੰਦ ਲੈਂਦੇ ਨਹੀਂ, ਸਵਾਦ ਲੈਂਦੇ ਨਹੀਂ ਤੁਸੀਂ ਜ਼ਿੰਦਗੀ ਦਾ, ਫਿਰ ਕਹਿੰਦੇ ਜੀਵਨ 'ਚ ਸਵਾਦ ਹੀ ਹੈ ਨਹੀਂ। ਮਜ਼ਾਕ ਨਹੀਂ ਕਰ ਰਹੇ ਅਸੀਂ। ਕਦੀ ਪੁੱਛੋ ਆਪਣੇ ਅੰਮੀ ਜੀ ਨੂੰ, ਪੁੱਛੋ ਮਾਲਕ ਜਦੋਂ ਰੋਟੀ ਖਾਂਦੇ ਕਿਦਾਂ। ਅਸੀਂ ਰੋਟੀ ਖਾਂਦੇ ਨਾ ਅੱਖਾਂ ਬੰਦ ਹੋ ਜਾਂਦੀਆਂ, ਗੱਲਾਂ ਵੀ ਨਹੀਂ ਕਰਦੇ ਜੀ, ਸਵਾਦ ਲੈਂਦੇ ਇੱਕ ਇੱਕ ਬੁਰਕੀ ਦਾ, ਕਿਉਂਕਿ ਜ਼ਿੰਦਗੀ 'ਚ ਸਵਾਦ ਹੈ ਪਰ ਸਾਨੂੰ ਲੈਣੇ ਨਹੀਂ ਆਉਂਦਾ। ਸਾਨੂੰ ਪਾਣੀ ਦਾ ਘੁੱਟ ਵੀ ਪੀਓ, ਮਜ਼ਾ ਆ ਗਿਆ, ਫੀਲ ਕਰਕੇ ਪੀਓ ਕਿ ਇੱਕ ਘੁੱਟ ਇਹ ਪਾਣੀ ਦਾ ਨਹੀਂ ਹੈ, ਜ਼ਿੰਦਗੀ ਮੇਰੇ ਅੰਦਰ ਜਾ ਰਹੀ ਹੈ। ਕਹਿੰਦੇ ਅੰਨ ਬ੍ਰਹਮਸਮੀ, ਕਿਉਂਕਿ ਅੰਨ ਵੀ, ਜਲ ਵੀ, ਭੋਜਨ ਵੀ, ਰੋਟੀ ਵੀ ਪ੍ਰਮਾਤਮਾ ਦਾ ਹੀ, ਉਹ ਰੱਬ ਤੁਹਾਡੇ ਅੰਦਰ ਜਾ ਰਿਹਾ ਜੀਵਨ ਬਣ ਕੇ। ਤੁਸੀਂ ਕਹਿੰਦੇ ਹੋ ਆ ਮੈਸੇਜ ਆ ਗਿਆ, ਆ ਫਲਾਣੇ ਨੂੰ ਈਮੇਲ ਭੇਜਣੀ ਹੈ, ਇਹ ਤਾਂ ਰੋਟੀ ਖਾ ਰਹੇ ਹੋ। ਦੁਨੀਆ ਦੀ ਫਿਕਰ ਹੈ ਤੁਹਾਨੂੰ, ਜਿਹੜਾ ਆਨੰਦ ਪ੍ਰਮਾਤਮਾ ਤੁਹਾਡੇ ਅੰਦਰ ਜਾ ਰਿਹਾ, ਜੀਵਨ ਤੁਹਾਡੇ ਅੰਦਰ ਜਾ ਰਿਹਾ, ਉਹਦਾ ਸਵਾਦ ਫਿਰ ਲੈਣਾ ਕਦੋਂ? ਸਵਾਦ ਤੁਸੀਂ ਆਨੰਦ ਕਦੋਂ ਲੈਣਾ ਹੈ? ਸਮਝਦੇ ਹੋ ਕਿ ਨਹੀਂ? ਜੀਵਨ ਦੇ ਹਰ ਪਲ ਦਾ ਆਨੰਦ ਲਓ। ਸੁਣੋ, ਕੁਛ ਵੀ ਅੱਛਾ ਸੁਣਨ ਨੂੰ ਮਿਲਦਾ ਹੈ ਨਾ, ਸਮਾਈਲ ਰੱਖ ਕੇ ਇੱਕ ਮੂਮੈਂਟ ਦਿਓ, ਸੁਣਨ ਦਾ ਆਨੰਦ ਵੱਧ ਜਾਏਗਾ। ਕਦੀ ਦੇਖਣਾ ਕਰਕੇ ਤੁਸੀਂ, ਸੁਣਨ ਦਾ ਆਨੰਦ ਕਈ ਗੁਣਾ ਵੱਧ ਜਾਏਗਾ। ਜਦੋਂ ਸੀਰੀਅਸ ਹੋ ਕੇ ਬੈਠਾਂਗੇ ਨਾ, ਫੇਰ ਹੁੰਦਾ ਕੀ ਹੈ, ਬੈਠਾ ਸਾਡਾ ਸਰੀਰ ਸਤਸੰਗ 'ਚ ਹੁੰਦਾ ਹੈ, ਪਰ ਸਾਡਾ ਮਨ ਪਤਾ ਨਹੀਂ ਕਿੱਥੇ ਕਿੱਥੇ ਦੌੜ ਜਾਂਦਾ ਹੈ, ਮਨ ਪਤਾ ਨਹੀਂ ਕਿਹੜੇ ਵਿਚਾਰਾਂ ਨਾਲ ਭਰ ਜਾਂਦਾ ਹੈ। ਇਹਦਾ ਸੋਚ ਕੇ ਦੇਖੋ, ਹੁਣ ਤੁਸੀਂ ਜਿੰਨੇ ਬੈਠੇ ਹੋ ਨਾ, ਕਿਤੇ ਨਾ ਕਿਤੇ ਮਨ ਸੋਚ ਰਿਹਾ ਹੋਣਾ, ਹਾਂ ਆਹ ਗੱਲ ਇਦਾਂ ਗਈ, ਆਹ ਗੱਲ ਇਦਾਂ ਗਈ, ਆਹ ਗੱਲ ਉਦਾਂ ਸੀ, ਆਹ ਗੱਲ ਇਦਾਂ ਸੀ, ਕਿਤੇ ਨਾ ਕਿਤੇ ਚੱਲ ਜਾਣਾ। ਪਰ ਜਦੋਂ ਅਸੀਂ ਨਾਲ ਨਾਲ ਮੂਵਮੈਂਟ ਕਰਦੇ ਆ ਤਾਂ ਉਸ ਲਈ ਮਨ ਸਾਡਾ ਸਥਿਰ ਰਹਿੰਦਾ ਹੈ, ਸੁਣਨ ਦਾ ਵੀ ਆਨੰਦ ਆਉਂਦਾ ਹੈ। ਸਮਝ ਰਹੇ ਹੋ ਕਿ ਨਹੀਂ? ਸਾਡੀ ਇਹ ਕਲਾ ਦੱਸ ਰਹੇ ਸੁਣਨ ਦੀ ਤੁਹਾਨੂੰ। ਇਸ ਲਈ ਮੂਵਮੈਂਟ, ਆਪਣੇ ਚਿਹਰੇ ਤੇ ਹਲਕੀ ਜਿਹੀ ਸਮਾਈਲ ਜਦੋਂ ਕੋਈ ਅੱਛਾ ਸੁਣਨਾ ਹੈ। ਹਾਂ ਕਿਤੇ ਮਾਤਮ ਦਾ ਭੋਗ ਪੈ ਰਿਹਾ, ਉੱਥੇ ਜਿੱਦਾਂ ਮਰਜ਼ੀ ਬੈਠੋ, ਕਿਉਂਕਿ ਉੱਥੇ ਅਗਰ ਹੱਸੀ ਜਾਓਗੇ ਘਰ ਦੇ ਨਾਲ ਕਿਹੜਾ ਦੁਸ਼ਮਣ ਹੈ। ਸਾਡਾ ਬੁੜਾ ਮਰ ਗਿਆ, ਘਰ 'ਚ ਮੌਤ ਹੋ ਗਈ, ਭੋਗ ਦੇ ਸ਼ਲੋਕ ਪੜ੍ਹੇ ਜਾ ਰਹੇ, ਇਹ ਉੱਤੇ ਨਹੀਂ, ਕਿਉਂਕਿ ਸਮਝਦਾਰ ਇਨਸਾਨ ਹਰ ਜਗ੍ਹਾ ਹਾਲਾਤ ਨੂੰ ਦੇਖ ਕੇ ਕਰਦਾ ਹੈ। ਹੱਸ ਲਓ ਥੋੜਾ ਜਿਹਾ ਹੋਰ, ਬਸ ਇੰਨਾ ਕੀ। ਅਸੀਂ ਤਾਂ ਕਹਿੰਦੇ ਅੱਜ ਇੰਨਾ ਖੁਸ਼ ਹੋਣਾ ਚਾਹੀਦਾ, ਏਦਾਂ ਛਾਲਾਂ ਮਾਰਨੀਆਂ ਕੋਠਿਆਂ ਨੂੰ। ਉਹ ਭਾਈ ਕੋਠੇ ਟੱਪੀ ਜਾਂਦੇ ਆ, ਕੀ ਕਰੀਏ, ਖੁਸ਼ੀ ਇੰਨੀ ਹੈ। ਏਦਾਂ ਆਨੰਦ ਹੋਣਾ ਚਾਹੀਦਾ ਸਾਡੇ ਅੰਦਰ ਨਾ। ਉਹ ਬੁੱਲੇ ਨੱਚਣੇ ਦਾ ਦੱਸੋ ਕੀ ਸਬੱਬ ਹੋ ਗਿਆ? ਬੁੱਲੇ ਨੇ ਪੁੱਛਿਆ ਨੱਚਣਾ ਕਿਉਂ ਹੈ? ਉਹ ਬੁੱਲਿਆ ਕਿਉਂ ਪੈਰੀ ਘੁੰਗਰੂ ਪਾ ਕੇ ਨੱਚੀ ਜਾਂਦਾ ਹੈ? ਦਿਮਾਗ ਖਰਾਬ ਹੋ ਗਿਆ ਤੇਰਾ, ਕਿਉਂ ਨੱਚ ਰਿਹਾ ਹੈ? ਉਹ ਬੁੱਲੇ ਨੱਚਣੇ ਦਾ ਦੱਸੋ ਕੀ ਸਬੱਬ ਹੋ ਗਿਆ? ਸਬੱਬ ਦਾ ਮਤਲਬ ਹੁੰਦਾ ਕਿਉਂ ਨੱਚ ਰਿਹਾ ਹੈ, ਕਾਹਤੇ ਨੱਚ ਰਿਹਾ ਹੈ, ਇਹਦੇ ਪਿੱਛੇ ਰਾਜ ਕੀ ਹੈ, ਵਜ੍ਹਾ ਕੀ ਹੈ? ਤਾਂ ਬੁੱਲੇ ਸ਼ਾਹ ਕਹਿੰਦੇ ਵਜ੍ਹਾ। ਉਹ ਬੁੱਲੇ ਨੱਚਣੇ ਦਾ ਦੱਸੋ ਕੀ ਸਬੱਬ ਹੋ ਗਿਆ? ਤਾਂ ਬੁੱਲੇ ਸ਼ਾਹ ਕਹਿੰਦੇ ਜਦੋਂ ਯਾਰ ਰਾਜੀ ਹੋਇਆ ਰਾਜੀ, ਜਦੋਂ ਯਾਰ ਰਾਜੀ ਹੋਇਆ ਰਾਜੀ, ਜਦੋਂ ਯਾਰ ਰਾਜੀ ਹੋਇਆ ਰਾਜੀ। ਬਸ ਕਹਿੰਦੇ ਗੱਲ ਤਾਂ ਰੱਬ ਤੇ ਮੁੱਕਦੀ ਹੈ। ਹੁਣ ਇੱਕ ਬੰਦੇ ਦੀ ਮੰਜ਼ਿਲ ਤਾਂ ਪ੍ਰਮਾਤਮਾ ਹੀ ਹੈ, ਔਰ ਰਸਤੇ ਨੂੰ ਤਾਂ ਪਕੜਨਾ ਹੀ ਪੈਂਦਾ ਹੈ, ਕਿਉਂਕਿ ਮੰਜ਼ਿਲ ਤੱਕ ਪਹੁੰਚਣਾ ਤਾਂ ਰਸਤੇ ਤੇ ਚੱਲ ਕੇ ਹੀ ਪਹੁੰਚਿਆ ਜਾ ਸਕਦਾ। ਉਹ ਕਹਿੰਦੇ ਯਾਰ ਰਸਤਾ ਹੈ ਤਾਂ ਮੰਜ਼ਿਲ ਤਾਂ ਮੇਰੀ ਉਹ ਹੈ, ਜੇ ਇਹ ਰਾਜੀ ਹੈ, ਰਸਤਾ ਸਹੀ ਹੈ ਨਾ, ਤਾਂ ਮੰਜ਼ਿਲ ਵੀ ਫੇਰ ਹੀ ਮਿਲਣੀ ਹੈ। ਤਾਂ ਜੇ ਪਹੁੰਚਣਾ ਕਿਤੇ ਹੋਵੇ ਤਾਂ ਰਸਤਾ ਕੋਈ ਤੁਰਿਆ ਹੋਵੇ, ਰਸਤਾ ਕੋਈ ਹੋਰ ਹੋਵੇ, ਤਾਂ ਫਿਰ ਕਦੀ ਮੰਜ਼ਿਲ ਤੇ ਅਸੀਂ ਪਹੁੰਚ ਪਾਵਾਂਗੇ? ਕਦੀ ਆਪਣੇ ਆਪ ਨੂੰ ਪੁੱਛ ਕੇ ਦੇਖੋ, ਜਾਣਾ ਦਿੱਲੀ ਹੋਵੇ, ਤੁਰ ਪਈਏ ਪਠਾਨਕੋਟ ਨੂੰ, ਤਾਂ ਕਿੱਥੇ ਪਹੁੰਚਾਂਗੇ ਅਸੀਂ? ਦਿੱਲੀ ਪਹੁੰਚ ਜਾਵਾਂਗੇ? ਕਿੱਧਰ ਪਹੁੰਚਾਂਗੇ? ਜਿੱਦਾਂ ਕਹਿੰਦੇ ਨਾ, ਇੱਕ ਵਾਰ ਨੱਥੂ ਲਾਲ, ਦੇਖਿਆ ਨੱਥੂ ਲਾਲ ਦਾ ਨਾਮ ਸੁਣ ਕੇ ਹੱਸ, ਨੱਥੂ ਲਾਲ ਰੇਲਵੇ ਸਟੇਸ਼ਨ ਤੋਂ ਉਤਰਿਆ, ਰੇਲਵੇ ਸਟੇਸ਼ਨ ਤੋਂ ਉਤਰਿਆ ਬੰਬੇ। ਉਹਨੇ ਕਿਤੇ ਜਾਣਾ ਸੀ, ਰਾਤ ਦਾ ਟਾਈਮ ਸੀ, ਰਾਤ ਦਾ ਕੋਈ 12-1 ਵਜੇ ਦਾ ਟਾਈਮ ਸੀ। ਟ੍ਰੇਨ ਉਹਦੀ ਲੱਗੀ, ਜਦੋਂ ਹੀ ਰੇਲਵੇ ਸਟੇਸ਼ਨ ਬੰਨ ਕੇ ਟੈਕਸੀ ਵਾਲਾ ਖੜਾ ਸੀ। ਟੈਕਸੀ ਵਾਲਾ ਕਹਿੰਦਾ ਆਓ ਬਾਬੂ ਜੀ ਬੈਠੋ, ਕਿੱਥੇ ਜਾਣਾ ਹੈ? ਨੱਥੂ ਲਾਲ ਕਹਿੰਦਾ ਫਲਾਨੀ ਜਗ੍ਹਾ ਜਾਣਾ ਹੈ। ਕਿੰਨੇ ਪੈਸੇ? ਕਹਿੰਦਾ 200 रुपया। नत्थू लाल कहता 200 बहुत ज़्यादा है, आपे चल जाऊँ पैदल में, एड्रैस हैगा मेरे को। आया पहली बार सी बॉम्बे च, इसलिए तुर पिया बैग जिहा चक के अपना एक पासे नूं, टैक्सी वाला मगर मगर। जिसले नत्थू लाल अद्धा किलोमीटर पौना किलोमीटर तुरिया ना, टैक्सी वाला फिर गया, कहता बाबू जी आ जाओ बह जाओ, कहता पैसे दस दे भी किन्ने लैने आ। उन्होंने सोचा हम घटाएगा थोड़ा जिहा, नहीं पता बंदा तुर के तुर पिया, जिद्दां कई वेले रिक्शे वाला हुंदा ना, पहला 10 मंगदा है, पर जो देखा बंदा तुर के तुर पिया, कहता चलो 7 दे दिओ, 5 दे दिओ, उदाहरण दे रहे हैं। अजकल पता नहीं रिक्शे वाले किन्ने लैंदे आ।
बस हुण समझ लेना जरा। तो टैक्सी वाले कहा फिर दस किन्ने पैसे, उत्थे तू 200 कहंदा हुण किन्ने, कहंदे 300। दिमाग खराब है तेरा, चल मैं नहीं बैठना। वो फिर नत्थू लाल तुर पिया। फिर अद्धा पौना किलोमीटर तुरया, टैक्सी वाले ने फिर अगे जाके बाबू जी हुण बैठना कि नहीं, वो तू मेरे मगरे ही तुरया है, हुण तो मैं 1.5-2 किलोमीटर तुर के भी आ गया, हुण दस किन्ने पैसे, कहंदा 400। वो कहंदा दिमाग खराब है, ਉੱਥੇ ਸਟੇਸ਼ਨ ਤੇ ਤੂੰ 200 ਕਹਿੰਦਾ ਸੀ ਹੁਣ 400 ਕਹਿ ਰਿਹਾ, ਮਤਲਬ ਕੀ ਹੈ? ਕਹਿੰਦਾ ਮਤਲਬ ਇਹ ਹੈ ਮਾਰੇ ਤੁਹਾਡੀ ਮੰਜ਼ਿਲ ਪਿੱਛੇ ਰਹਿ ਗਈ ਹੈ, ਤੁਸੀਂ ਗਲਤ ਜਗ੍ਹਾ ਤੇ ਜਾ ਰਹੇ ਹੋ। ਅੱਜ ਜਿੱਧਰ ਨੂੰ ਤੁਸੀਂ ਜਾਈ ਜਾਣਾ ਰੇਟ ਵਧੀ ਜਾਣਾ ਹੈ, ਕਿਉਂਕਿ ਜਿਹੜਾ ਤੁਹਾਡਾ ਐਡਰੈਸ ਹੈ ਨਾ ਇਹ ਸਟੇਸ਼ਨ ਤੋਂ ਖੱਬੇ ਸੀ, ਤੁਸੀਂ ਸੱਜੇ ਮੁੜ ਗਏ ਹੋ। ਸਮਝਦੇ ਹੋ ਕਿ ਨਹੀਂ? ਹੁਣ ਗਲਤ ਪਾਸੇ ਜਾਣ ਨਾਲ ਸਾਡਾ ਟਾਈਮ ਵੀ, ਮਿਹਨਤ ਵੀ ਔਰ ਸਾਡਾ ਪੈਸਾ ਵੀ ਇੱਦਾਂ ਹੀ ਜਾਂਦਾ ਹੈ। ਨੱਥੂ ਲਾਲੇ ਮੱਥੇ ਹੱਥ ਮਾਰਿਆ, ਕਹਿੰਦਾ ਭਾਈ ਬਹਿ ਜਾ ਫਿਰ। ਉਹ ਕਹਿੰਦਾ ਹੁਣ ਇਹ ਅੱਗੇ ਜਾਏ ਨਾ 500 ਹੋ ਜਾਣਾ, 600 ਹੋ ਜਾਣਾ, ਕਿਉਂਕਿ ਤੁਸੀਂ ਗਲਤ ਰਸਤੇ ਜਾ ਰਹੇ ਹੋ। ਔਰ ਜਿੰਨਾ ਇੱਧਰ ਜਾਈ ਜਾਣਾ ਰੇਟ ਵਧੀ ਜਾਣਾ, ਕਿਉਂਕਿ ਕਿਲੋਮੀਟਰ ਵਧੀ ਜਾਣੇ ਤਾਂ ਰੇਟ ਵੀ ਵਧੀ ਜਾਣਾ ਹੈ। ਕਿ ਤੁਸੀਂ ਸਟੇਸ਼ਨ ਤੋਂ ਨਿਕਲੇ ਖੱਬੇ ਹੱਥ ਤੁਹਾਡੀ ਮੰਜ਼ਿਲ, ਤੁਰ ਪਏ ਸੱਜੇ ਹੱਥ ਨੂੰ। ਇਸੇ ਤਰ੍ਹਾਂ ਤੁਹਾਨੂੰ ਵੀ ਕਵਾਂਗੇ ਮਾਂ ਦੇ ਗਰਭ ਚੋਂ ਨਿਕਲੇ ਮੰਜ਼ਿਲ ਸਾਡੀ ਕਿੱਧਰ ਸੀ, ਤੁਰ ਪਏ ਅਸੀਂ ਕਿੱਧਰ ਨੂੰ, ਤਾਂ ਕਿੰਨੇ ਜੁਰਮਾਨੇ ਭਰਨੇ ਪੈ ਜਾਂਦੇ ਬੰਦੇ ਨੂੰ, ਦੁੱਖਾਂ ਤਕਲੀਫਾਂ ਨਾਲ ਜ਼ਿੰਦਗੀ ਭਰ ਜਾਂਦੀ ਹੈ। ਤਾਂ ਹੀ ਤਾਂ ਕਹਿੰਦੇ ਹੈ ਕਿ ਕਿਸ ਔਰ ਤੇਰੀ ਮੰਜ਼ਿਲ किस और जा रहा है, गिनती के श्वास से तेरे यूं ही गवा रहा है। एक गिनती दे श्वास है, गिनती के तेरे श्वास से यूं ही गवा रहा है, किस और तेरी मंजिल तू किस और जा रहा है। ये मंजिल तेरी किधरले पासे है, तुरिया तू किस पासे है। ये श्वास बड़े कीमती है, इदां ही गवा रहा है। इसलिए सही रास्ते नूं पकड़ लै, ताकि सही रास्ते जदों एक एक कदम भी बढ़ेगा ना तो तेरा बदन वाला एक एक कदम तेन मंजिल के नेड़े लैके जाएगा, तेरा हर श्वास सफल हो जाएगा, क्योंकि तू सही मार्ग ते जा रहा है। तो जे मार्ग ही गलत होवे तो फिर टाइम जाता है, श्वास जाते, इन्ना कीमती धन जाता है श्वासां दा, जीवन का। इसलिए अपनी मंजिल नूं सही करो, अपने अंदर विश्वास नूं। सो अज तो अपने आप नाल वादा करो कि मैं अपने विश्वास की रक्षा करनी है। प्राण जाते बेशक चले जाण, क्योंकि तो उदा भी एक दिन जाने है। विश्वास नूं बचाना है, क्योंकि विश्वास ही वो तार है जो मैनूं मेरे मालिक नाल जोड़दी है, जो मालिक दी रहमतां नाल जोड़दी है, जो परमानंद नाल जोड़दा है, वो है विश्वास। इसलिए विश्वास नूं बचाना है, क्योंकि यही आनंद दा स्रोत है। अगर ये है तो जिन्ने भी मेरे श्वास है, जिन्ना भी मेरा जीवन है, वो खुशियां नाल भरिया होएगा। तो जे विश्वास ही नहीं है तो फिर लंबी आयु भी की फायदा, दुखों नाल भरी जिंदगी नूं भी की करना है। इसलिए प्राणा नालों भी ज्यादा किहदी रक्षा करनी है? विश्वास दी, क्योंकि यही आनंद दा स्रोत है, स्रोत जिथों आनंद पैदा होता है। इसलिए हुण आखिरले वचनां च यही कहांगे कि अगर जीवन च कोई मुश्किल है, कोई परेशानी है, तो विश्वास की डोर, यकीन की डोर अपने मालिक नाल जोड़ दो कि मैं इन्हां परेशानियां तो, इन्हां मुसीबतां तो डरना नहीं है, फिक्र नहीं करनी, इन्हां नाल लड़ना है, क्योंकि मैनूं विश्वास है मेरा मालिक मेरे नाल है। समझदे हो कि नहीं? क्योंकि इत्थे एक छोटी जी गल कहनी चाहांगे कि जदों कोई भी मैच हुंदा है ना, चाहे बॉक्सिंग का होवे, फुटबॉल का होवे, क्रिकेट का होवे, या कोई भी मैच होवे, तो उन्हां दा कोच जरूर नाल हुंदा है। कभी गौर करना, तुसीं देखना खिलाड़ी अंदर खेलणगे, कोच बाहर होएगा, बाहरों इदां फुटबॉल का कभी देखना हो जिधर प्लेयर जाने कोच भी बाहर लेना नाल नाल उन्होंने इशारा करेगा इदां इदां, क्योंकि जोश देने वाला, हिम्मत देना कि लड़ो मैं तुहाडे नाल है। क्योंकि बाहरों जदों मास्टर हिम्मत दिंदा है ना, तो खिडारी अंदर उदां ही हौसला आ जाता है। सोच के देखो, एक बच्चे नूं टीचर कह दे ना बेटा कर तू मैं तेरे नाल आ, तो बच्चा उदां ही जोश नाल भर जाता है, टीचर मेरे नाल है। क्योंकि ये रिश्ता ही ऐसा है, गुरु और सेवक का, टीचर और स्टूडेंट का प्यार ही इदां दा है। तो फिर इत्थे तां वो परमात्मा, वो प्रभु कह रहा मैं तेरे नाल आया। इसलिए यही तां ही कहीदा कि विश्वास रखो कि वो साडा रब, साडा पिता, साडा परमात्मा हर कदम ते साडे। सोना सोना मेरा मुर्शिद सोना, सोना सोना मेरा मुर्शिद